पग पंकज बंदन पग पंकज बंदन सिमरो अंगद दुख निकंदन अमरदास गुर हृदय त्यावा हृदय त्यावा श्री गुरु रामदास गुण गावा श्री अर्जन बिघ्नन के नासक बिघ्नन के नासक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदित बंदों कर अनु एक अंकार सतगुरु तेह प्रसाद सच होए वाहेगुरु जी की फतेह विघ्न विनाशन सोए। सतनाम श्री वाहिगुरु साहिब जी दोहरा निसा बिति पुन प्रात भी शाहो बाक कह दीन बजे नगारे कूच के सुध सब हूँ सुन लीन निसा बिति पुन प्रात भी शाहो बाक कह दीन। सच्चे पातशाह गरीब नवाज दीन दुनिया दे मालक चबर छतर तखत दे मालक समरथ गुरु परतख गुरु दीन दयाल कृपाल अंतरजामी पूਰਨ पार ब्रह्म परमेश्वर वाहेगुरु अकाल पुरख जी दा सरगुण स्वरूप धन 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 श्री गुरु ग्रंथ साहिब जी महाराज धन धन श्री गुरु ग्रंथ साहिब जी महाराज। सब सिख संगत दोवें हथ जोड़ो गज के फतेह बुलाओ जी। वाहिगुरु जी का खालसा वाहिगुरु जी की फतेह। सतगुरु जी की दया किरपा रहमत बख्शिश हुई है। लड़ीवार कथा सुनने वास्ते आप जी सिख संगतां बड़े ही प्यार दे नाल जुड़ के बैठे हुए हो। सतगुरु सच्चे पातशाह श्री गुरु अर्जन देव महाराज जी की महान पवित्र कथा इत्थों तक आप जी ने सरवण की सी। सतगुरु जी लाहौर की धरती ते पहुँचे हैं। जदों महाराज लाहौर की धरती ते विचर के संगतां नूं दर्शन दे रहे हैं, गुरु जी का खूब तेज प्रताप है। महाराज जी पालकी साहब दे विच बैठ के रावी दे कंढे कंढे विचर रहे हैं।
ਬਹੁਤ ਸਿੱਖ ਅੱਗੇ ਹਨ ਤੇ ਬਹੁਤ ਹੀ ਸਿੱਖ ਪਿੱਛੇ ਹਨ। ਚੰਦੂ ਦੁਸ਼ਟ ਨੇ ਇਹ ਸਭ ਕੁਝ ਵੇਖਿਆ। ਗੁਰੂ ਜੀ ਦੀ ਚੜ੍ਹਤ, ਗੁਰੂ ਜੀ ਦਾ ਤੇਜ ਪ੍ਰਤਾਪ ਜਿਹੜਾ ਉਹ ਜਰ ਨਹੀਂ ਸਕਿਆ ਜੀ। ਬਾਦਸ਼ਾਹ ਨੂੰ ਉਹਨੇ ਚੁਗਲੀ ਲਾਈ। ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਕਿਹਾ ਵੀ ਵਜ਼ੀਰ ਖਾਨ ਤੂੰ ਗੁਰੂ ਅਰਜਨ ਦੇਵ ਜੀ ਨੂੰ ਇੱਥੇ ਲੈ ਕੇ ਆ। ਵਜ਼ੀਰ ਖਾਨ ਆਇਆ ਮਹਾਰਾਜ ਕੋਲ। ਵਜ਼ੀਰ ਖਾਨ ਨੇ ਆ ਕੇ ਮਹਾਰਾਜ ਨੂੰ ਦੱਸਿਆ, ਸੱਚੇ ਪਾਤਸ਼ਾਹ ਤੁਸੀਂ ਵੀ ਧੰਨ ਤੇ ਤੁਹਾਡੀ ਬਾਣੀ ਵੀ ਧੰਨ ਮਹਾਰਾਜ। ਮਹਾਰਾਜ ਮੈਂ ਉਹ ਹਾਂ ਜਿਹਨੂੰ ਜਲੋਧਰ ਦਾ ਰੋਗ ਸੀ ਤੇ ਦਿਨ ਰਾਤ ਮੈਂ ਤੜਪਦਾ ਹੁੰਦਾ ਸਾਂ ਮਹਾਰਾਜ। ਆਪ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੁਖਮਣੀ ਸਾਹਿਬ ਦਾ ਪਾਠ ਜਦੋਂ ਮੈਂ ਸੁਣਿਆ, ਮੇਰਾ ਰੋਗ ਤਤਕਾਲ ਦੂਰ ਹੋ ਗਿਆ ਜੀ। ਕੱਲ ਵੀ ਬੇਨਤੀ ਕੀਤੀ ਸੀ ਸੰਗਤ ਜੀ, ਬਾਣੀ ਦੇ ਵਿੱਚ ਬੜੀ ਵੱਡੀ ਤਾਕਤ ਹੈ, ਬਾਣੀ ਵਿੱਚ ਬੜੀ ਵੱਡੀ ਸਮਰੱਥਾ ਹੈ। ਜੇ ਕੋਈ ਜੀਵਨ ਵਾਲਾ ਸਿੱਖ ਬਾਣੀ ਪੜ੍ਹ ਰਿਹਾ ਹੋਵੇ, ਸ਼ੁੱਧ ਬਾਣੀ ਪੜ੍ਹ ਰਿਹਾ ਹੋਵੇ, ਗੁਰਬਾਣੀ ਤਤਕਾਲ ਹੀ ਅਸਰ ਕਰ ਦਿੰਦੀ ਹੈ ਜੀ, ਤਤਕਾਲ ਅਸਰ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸੁਣ ਕੇ ਵਜ਼ੀਰ ਖਾਨ ਨੂੰ ਕਹਿੰਦੇ, ਵਜ਼ੀਰ ਖਾਨ ਦੱਸ। ਵਜ਼ੀਰ ਖਾਨ ਕਹਿਣ ਲੱਗਾ, ਮਹਾਰਾਜ ਤੁਹਾਨੂੰ ਬਾਦਸ਼ਾਹ ਸੱਦ ਰਿਹਾ ਹੈ। ਮਹਾਰਾਜ 5 ਸਿੱਖਾਂ ਦੇ ਸਮੇਤ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚੇ ਆ। ਬਾਦਸ਼ਾਹ ਨੇ ਉੱਚਾ ਆਸਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤਾ। ਸੱਚੇ ਪਾਤਸ਼ਾਹ ਉੱਚੇ ਆਸਣ ਉੱਤੇ ਬੈਠੇ ਆ। ਬਾਦਸ਼ਾਹ ਕਿਉਂਕਿ ਸਿਆਸੀ ਹੈ, ਉਹਨੇ ਸਵਾਲ ਹੀ ਉਹੋ ਜਿਹਾ ਕੀਤਾ, ਇੱਕ ਧੜਾ ਗੁਰੂ ਜੀ ਦੇ ਵਿਰੁੱਧ ਹੋ ਜਾਵੇ ਜੀ। ਉਹ ਕਿਵੇਂ? ਮਹਾਰਾਜ ਹਿੰਦੂ ਰੱਬ ਕੋਲ ਪਹੁੰਚੇ ਨੇ ਜਾਂ ਮੁਸਲਮਾਨ ਪਹੁੰਚੇ ਨੇ? ਜੇ ਗੁਰੂ ਜੀ ਕਹਿਣ ਹਿੰਦੂ ਰੱਬ ਕੋਲ ਪਹੁੰਚੇ ਆ ਤੇ ਮੁਸਲਮਾਨ ਵਿਰੁੱਧ ਹੋ ਜਾਣ, ਤੇ ਜੇ ਮੁਸਲਮਾਨਾਂ ਦੀ ਗੱਲ ਕਰਨ ਤੇ ਹਿੰਦੂ ਵਿਰੁੱਧ ਹੋ ਜਾਣ। ਪਰ ਸੰਗਤ ਜੀ, ਮਹਾਰਾਜ ਜੀ ਨੇ ਦੋਵਾਂ ਪੱਖਾਂ ਦੀ ਇੱਜ਼ਤ ਰੱਖ ਲਈ ਜੀ। ਮਹਾਰਾਜ ਜੀ ਨੇ ਉੱਥੇ ਫਿਰ ਸ਼ਬਦ ਉਚਾਰਿਆ ਬਾਦਸ਼ਾਹ ਦੀ ਸਭਾ ਦੇ ਵਿੱਚ, ਰਾਮ ਕਲੀ ਮਹੱਲਾ 5ਵਾਂ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆਂ ਕੋਈ ਅੱਲਾਹ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਇਹ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ। ਇਸ ਸ਼ਬਦ ਦਾ ਜਿਹੜਾ ਮੁੱਖ ਭਾਵ ਹੈ ਨਾ, ਉਹ ਅੰਤਮ ਪੰਕਤੀ ਵਿੱਚ ਹੈਗਾ ਜੀ। ਮਹਾਰਾਜ ਨੇ ਕਿਹਾ, ਕੋਈ ਰਾਮ ਰਾਮ ਕਹਿ ਰਿਹਾ, ਕੋਈ ਖੁਦਾ ਖੁਦਾ ਕਹਿ ਰਿਹਾ, ਕੋਈ ਨੀਲੇ ਕੱਪੜੇ ਪਾ ਰਿਹਾ, ਕੋਈ ਚਿੱਟੇ ਪਾ ਰਿਹਾ, ਕੋਈ ਤੀਰਥ ਤੇ ਜਾ ਰਿਹਾ, ਕੋਈ ਹੱਜ ਤੇ ਜਾ ਰਿਹਾ। ਪਰ ਅਸਲ ਵਿੱਚ ਜਿਨ੍ਹੇ ਰੱਬ ਦੇ ਹੁਕਮ ਨੂੰ ਸਮਝ ਲਿਆ ਨਾ, ਉਹਨੇ ਰੱਬ ਦਾ ਭੇਦ ਪਾ ਲਿਆ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਸ਼ਬਦ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਕਰਕੇ ਦੱਸੀ। ਬਾਦਸ਼ਾਹ, ਹਿੰਦੂ ਵੀ ਠੀਕ ਹੈ, ਮੁਸਲਮਾਨ ਵੀ ਠੀਕ ਹੈ, ਪਰ ਉਹ ਠੀਕ ਹੈ ਜਿਹੜਾ ਉਹਦੇ ਹੁਕਮ ਨੂੰ ਮੰਨਦਾ। ਕਹਿਣ ਲੱਗੇ, ਹਿੰਦੂ ਆਖੇ ਮੈਂ ਸਵਰਗ ਜਾਵਾਂਗਾ, ਮੁਸਲਮਾਨ ਆਖੇ ਮੈਂ ਬਹਿਸ਼ਤਾਂ ਵਿੱਚ ਜਾਵਾਂਗਾ, ਕਰਮ ਚੰਗੇ ਨਾ ਕਰੇ ਬਾਦਸ਼ਾਹ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਕੱਲ ਤੁਸੀਂ ਬਚਨ ਸੁਣੇ, ਮਹਾਰਾਜ ਜੀ ਨੇ ਬੜੇ ਖੋਲ ਕੇ ਸੰਗਤ ਦੀ ਸ਼ਬਦਾਂ ਦੇ ਅਰਥ ਕੀਤੇ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੁਣ ਕੇ ਬਾਦਸ਼ਾਹ ਵੀ ਹੈਰਾਨ ਹੋ ਗਿਆ ਵੀ ਹੁਣ ਮੈਂ ਕਿਹੜੀਆਂ ਗੱਲਾਂ ਵਿੱਚ ਇਹਨਾਂ ਨੂੰ ਫਸਾਵਾਂ। ਇੰਨੇ ਚਿਰ ਨੂੰ ਸ਼ਾਮਾਂ ਪੈ ਗਈਆਂ। ਬਾਦਸ਼ਾਹ ਨੇ ਸਭਾ ਭੰਗ ਕਰ ਦਿੱਤੀ। ਬਾਦਸ਼ਾਹ ਨੇ ਜਾਣਾ ਹੈ ਕਸ਼ਮੀਰ। ਚੰਦੂ ਅੰਦਰ ਖਾਤੇ ਗੱਲ ਪਹਿਲਾਂ ਹੀ ਹੋਈ ਸੀਗੀ ਸਾਰੀ। ਚੰਦੂ ਨੇ ਇਹ ਆਖਿਆ ਕਿ ਮੈਂ ਗੁਰੂ ਜੀ ਨੂੰ ਆਪਣੇ ਘਰ ਵਿੱਚ ਲੈ ਜਾਂਦਾ, ਇਹਨਾਂ ਦੀ ਖਾਤਰ ਜਮ੍ਹਾਂ ਕਰਦਾ ਤੇ ਕਿਸੇ ਤਰੀਕੇ ਨਾਲ 2 ਲੱਖ ਰੁਪਈਆ ਜੁਰਮਾਨਾ ਇਹਨਾਂ ਕੋਲੋਂ ਮੈਂ ਲੈ ਲਵਾਂਗਾ। ਸੰਗਤ ਜੀ, ਇਹ ਉਹਨੇ ਉੱਤੋਂ ਬੋਲੀ ਜੀ। ਅੰਦਰ ਖਾਤੇ ਤੁਹਾਨੂੰ ਪਤਾ ਹੈ ਗੱਲ ਪਹਿਲਾਂ ਹੀ ਨੀਅਤ ਹੋਈ ਸੀਗੀ ਜੀ ਵੀ ਇਹਨਾਂ ਦੇ ਨਾਲ ਕੀ ਕਰਨਾ ਹੈ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਰਾਤ ਦੇ ਸਮੇਂ ਵਾਹਿਗੁਰੂ ਜਿਹੜਾ ਚੰਦੂ ਦੁਸ਼ਟ ਹੈ, ਇਹ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਦਰ ਇਕੱਲਿਆਂ ਹੀ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ। 5 ਸਿੱਖਾਂ ਨੂੰ ਬਾਹਰ ਦਿਉੜੀ ਦੇ ਵਿੱਚ ਬਿਠਾ ਦਿੱਤਾ ਗਿਆ।
ਸਿਪਾਹੀ ਲਾਗੇ ਪਹਿਰੇ ਦੇ ਉੱਤੇ ਖਲੋ ਗਏ। ਚੰਦੂ ਦੁਸ਼ਟ ਇਹ ਗੱਲ ਸੋਚਦਾ ਹੁਣ ਮੇਰੀ ਮਨ ਦੀ ਗੱਲ ਹੋਈ ਹੈ ਜੀ। ਇਹ ਨਹੀਂ ਪਤਾ ਤੇਰੇ ਮਨ ਦੀ ਗੱਲ ਨਹੀਂ ਹੋਈ, ਅਸਲ 'ਚ ਤੇਰਾ ਪਤਨ ਨੇੜੇ ਆ ਗਿਆ ਜੀ। ਹੁਣ ਆਪਾਂ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਾਂਗੇ। ਸਾਰੀ ਸੰਗਤ ਧਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ। ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਸਾ ਬੇਤੀ ਪੁਨ ਪ੍ਰਾਤ ਭੀ ਸ਼ਾਹ ਬਾਕ ਕਹਿ ਦੀਨ। ਰਾਤ ਲੰਘ ਗਈ, ਦਿਨ ਚੜਿਆ ਜੀ। ਬਾਦਸ਼ਾਹ ਨੇ ਕਸ਼ਮੀਰ ਚੱਲਣ ਦਾ ਹੁਕਮ ਕਰ ਦਿੱਤਾ ਸਾਰੀਆਂ ਫੌਜਾਂ ਨੂੰ, ਜਹਾਂਗੀਰ ਨੇ। ਹਾਂਜੀ। ਬੱਜੇ ਨਗਾਰੇ ਕੂਚ ਕੇ ਸੁਧ ਸਭ ਹੂੰ ਸੁਨ ਲੀਨ। ਹੁਣ ਕਿਉਂਕਿ ਉਹ ਬਾਦਸ਼ਾਹ ਹੈ, ਬਾਦਸ਼ਾਹ ਦਾ ਤੁਰਨ ਦਾ, ਉੱਠਣ ਦਾ, ਬੈਠਣ ਦਾ ਤਰੀਕਾ ਸ਼ਾਹੀ ਹੈ। ਜਦੋਂ ਬਾਦਸ਼ਾਹ ਚੱਲਣ ਲੱਗਾ, ਨਗਾਰੇ ਵੱਜੇ, ਸਭ ਨੂੰ ਪਤਾ ਲੱਗ ਗਿਆ ਵੀ ਬਾਦਸ਼ਾਹ ਜਹਾਂਗੀਰ ਨੇ ਚਾਲਾ ਪਾ ਦਿੱਤਾ ਹੈ। ਹਾਂਜੀ। ਚੌਪਈ ਹਜ਼ਰਤ ਜਬ ਤਿਆਰ ਹੋਏ ਗਇਓ। ਬਾਦਸ਼ਾਹ ਤਿਆਰ ਹੋਇਆ ਜੀ। ਹਾਂਜੀ। ਚੰਦੂ ਅਘੀ ਮੇਲ ਤਬ ਕੀਓ। ਤੇ ਚੰਦੂ ਪਾਪੀ ਉੱਥੇ ਆਇਆ ਜੀ। ਜਦੋਂ ਬਾਦਸ਼ਾਹ ਚੱਲਣ ਲੱਗਾ ਨਾ ਜੀ, ਚੰਦੂ ਪਾਪੀ ਉਹਦੇ ਕੋਲ ਆਇਆ ਜੀ। ਦੇਹੋ ਪ੍ਰਵਾਨਗੀ ਮੁਝ ਕੋ ਆਪੂ। ਕਹਿਣ ਲੱਗਾ, ਬਾਦਸ਼ਾਹ ਤੁਸੀਂ ਮੈਨੂੰ ਪ੍ਰਵਾਨਗੀ ਦਿਓ। ਹਾਂਜੀ। ਦਿਨ ਚਾਰਿਕ ਮੈਂ ਕਰਵ ਮਿਲਾਪੂ। 4 ਦਿਨਾਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ, ਕਹਿਣ ਲੱਗਾ। ਹਾਂਜੀ। ਕਛੂ ਮਾਮਲੇ ਕੀ ਕਰ ਕਾਰ। ਇੱਕ ਸੰਮਤ ਕੀ ਕਰਨ ਸੰਭਾਰ। ਤੇ ਕਹਿਣ ਲੱਗਾ 1 ਸਾਲ ਦਾ ਹਿਸਾਬ ਕਿਤਾਬ ਹੋਣ ਵਾਲਾ ਹੈ, ਉਹ ਮੈਂ ਕਰਕੇ ਥੋੜੇ ਦਿਨਾਂ ਵਿੱਚ ਤੁਹਾਡੇ ਕੋਲ ਆ ਜਾਣਾ ਹੈ। ਹਾਂਜੀ। ਨਵੀ ਸਿੰਧ ਲੱਗੀ ਸਮਦਾਏ। ਜਮਾ ਖਰਚ ਕੋ ਸਭ ਸਮਝਾਏ। ਇਹ ਨਾ ਜੀ ਲੋਕਾਂ ਵਿੱਚ ਬੋਲ ਰਿਹਾ, ਅੰਦਰ ਖਾਤੇ ਨੀਅਤ ਹੋਇਆ ਸੀਗਾ ਵੀ ਇਹਨੇ ਕੀ ਕਰਨਾ ਹੈ ਜੀ। ਲੋਕਾਂ ਦੇ ਵਿੱਚ ਬੋਲ ਰਿਹਾ। ਸਿਆਸੀ ਬੰਦੇ ਲੋਕਾਂ ਸਾਹਮਣੇ ਕੁਝ ਹੋਰ ਗੱਲਾਂ ਕਰਦੇ ਆ ਤੇ ਅੰਦਰੋਂ ਕੁਝ ਹੋਰ ਨੀਅਤ ਹੋਇਆ ਹੁੰਦਾ ਜੀ। ਉਹ ਲੋਕਾਂ ਦੇ ਸਾਹਮਣੇ ਕਹਿ ਰਿਹਾ, ਕਹਿਣ ਲੱਗਾ ਫਸਲ ਨਵੀਂ ਪੱਕੀ ਹੈ, ਇਸ ਕਰਕੇ ਸਾਂਭ ਸੰਭਾਲ ਕੇ ਮੈਂ ਆਉਣਾ। ਹਾਂਜੀ। ਕਰ ਫਰੇਬ ਕੋ ਸ਼ੋਰਿਓ ਸਾਥ। ਸ਼ਾਹ ਨਾ ਚਿਤਵੇ ਪੁਨ ਗੁਰਨਾਥ। ਤੇ ਬਾਦਸ਼ਾਹ ਦਾ ਸਾਥ ਛੱਡ ਦਿੱਤਾ, ਬਾਦਸ਼ਾਹ ਨੂੰ ਤੋਰ ਦਿੱਤਾ ਜੀ ਉਹਨੇ। ਹਾਂਜੀ। ਬਹੁਤ ਧੰਦੇ ਗਨ ਭੋਗਨ ਬਿਸੈ। ਬਾਹਰ ਚਲਬਿਓ ਚੜ ਕਿਆ ਤੋ ਸਤਿਸੈ। ਬਾਦਸ਼ਾਹ ਆਪਣੇ ਵਾਹਣਾਂ ਤੇ ਤੁਰ ਪਿਆ, ਨਾਲ ਫੌਜਾਂ ਤੁਰ ਪਈਆਂ। ਤੇ ਸੰਗਤ ਜੀ, ਇਹਨੇ ਫਿਰ ਨਾਲ ਦੇ ਬੰਦਿਆਂ ਨੂੰ ਇਹ ਗੱਲ ਸਮਝਾਈ ਵੀ ਬਾਦਸ਼ਾਹ ਦੇ ਲਾਗੇ ਕਦੀ ਵੀ ਗੁਰੂ ਜੀ ਦਾ ਨਾਮ ਨਹੀਂ ਲੈਣਾ। ਕਹਿਣ ਲੱਗਾ, ਜੋ ਮੈਂ ਕਰਨਾ ਆਪੇ ਹੀ ਕਰ ਲੈਣਾ ਹੈ। ਉਹਨਾਂ ਨੂੰ ਕੁਝ ਪੈਸੇ ਵੀ ਚਾੜ ਦਿੱਤੇ ਜੀ। ਨਾਲ ਦੇ ਬੰਦਿਆਂ ਨੇ ਵੀ ਕਹਿ ਦਿੱਤਾ ਜੀ ਠੀਕ ਹੈ ਜੀ। ਹਾਂਜੀ। ਚੰਦੂ ਹਟਿਓ ਧੀਰ ਔਰ ਧਰ ਕੈ। ਬਾਦਸ਼ਾਹ ਨੂੰ ਤੋਰ ਕੇ ਦੁਸ਼ਟ ਚੰਦੂ ਆਪਣੇ ਮਨ 'ਚ ਖੁਸ਼ ਹੁੰਦਾ ਵਾਪਸ ਆ ਗਿਆ ਜੀ। ਹਾਂਜੀ। ਦੁਸ਼ਟ ਪਨੇ ਮਹਿ ਚਿਤ ਕੋ ਧਰ ਕੈ। ਤੇ ਸੰਗਤ ਦੀ ਚੇਤਾ ਰੱਖਿਓ, ਹਰ ਇੱਕ ਬੰਦੇ ਦਾ ਸੁਭਾਅ ਹੁੰਦਾ ਜੀ। ਤੇ ਸੁਭਾਅ ਬਾਹਰ ਨਹੀਂ ਤੁਰਿਆ ਫਿਰਦਾ ਜੀ, ਸੁਭਾਅ ਉਹਦੇ ਅੰਦਰ ਹੁੰਦਾ ਹੈ ਜੀ। ਆਪਣੇ ਅੰਦਰ ਦੁਸ਼ਟਪਣਾ ਧਾਰਨ ਕਰਕੇ ਉਹ ਤੁਰ ਪਿਆ ਜੀ। ਹਾਂਜੀ। ਸਭਨ ਚੜਾਏ ਮੂੜ ਤਹ ਆਇਓ। ਸਤਿਗੁਰ ਅਰਜਨ ਜਹ ਉਤਰ ਆਇਓ। ਬਾਦਸ਼ਾਹ ਨੂੰ ਕਸ਼ਮੀਰ ਵਾਲੇ ਪਾਸੇ ਤੋਰ ਕੇ ਦੁਸ਼ਟ ਉਸ ਪਾਸੇ ਆਇਆ ਜਿੱਥੇ ਸੱਚੀ ਸਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ ਬੈਠੇ ਹੋਏ ਹਨ। ਹਾਂਜੀ। ਬੈਠਿਓ ਸਨਮੁਖ ਰਿਸ਼ਤੇ ਭਰਿਓ। ਆ ਕੇ ਸਤਿਗੁਰੂ ਜੀ ਦੇ ਸਾਹਮਣੇ ਬੈਠ ਗਿਆ। ਵੇਖਿਓ ਮੇਲ, ਗੁਰੂ ਸਾਹਿਬ ਬਹੁਤ ਸ਼ਾਂਤ ਹਨ, ਇੱਕਦਮ ਸ਼ਾਂਤ ਹਨ। ਇਹ ਕ੍ਰੋਧ ਨਾਲ ਭਰਿਆ ਹੋਇਆ ਜੀ। ਚੇਤਾ ਰੱਖਿਓ,
ਕਰੋਧੀ ਬੰਦੇ ਦਾ ਚਿਹਰਾ ਹੀ ਦੱਸ ਦਿੰਦਾ ਵੀ ਇਹ ਕਰੋਧੀ ਹੈਗਾ ਜੀ। ਸਤਿਗੁਰੂ ਜੀ ਦੇ ਸਾਹਮਣੇ ਬੜੇ ਗੁੱਸੇ ਦੇ ਨਾਲ ਦੁਸ਼ਟ ਬੈਠ ਗਿਆ। ਕਹਿਤ ਭਇਓ ਬਚ ਦੁਖ ਤੇ ਜਰਿਓ। ਤੇ ਸੜਿਆ ਹੋਇਆ ਬੋਲਿਆ ਜੀ। ਕਈ ਬੰਦੇ ਜਦੋਂ ਬੋਲਦੇ ਆ ਸੰਗਤ ਜੀ, ਉਹ ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਬੋਲੀ ਜੀ। ਹਾਂਜੀ। ਮੋਰ ਸੁਤਾ ਕੀ ਮੋਰ ਸਗਾਈ। ਕਹਿਣ ਲੱਗਾ ਹੁਣ ਗੱਲ ਕਰੋ, ਮੇਰੇ ਸਾਹਮਣੇ ਬੈਠੇ ਚ ਧੀ ਦਾ ਰਿਸ਼ਤਾ ਮੋੜ ਦਿੱਤਾ। ਹਾਂਜੀ। ਕਿਉਂ ਹੂੰ ਨਾ ਮਾਨੀ ਬਿਨੈ ਅਲਾਈ। ਬੇਨਤੀ ਵੀ ਕੀਤੀ ਪਰ ਤੁਸੀਂ ਬੇਨਤੀ ਵੀ ਨਹੀਂ ਮੰਨੀ। ਹਾਂਜੀ। ਭੇਜੇ ਦੋਏ ਬਾਰ ਪੁਰ ਲਾਗੀ। 2 ਵਾਰ ਕਹਿੰਦਾ ਸਗਨ ਭੇਜਿਆ, ਲਾਗੀ ਭੇਜੇ ਤੁਹਾਡੇ ਕੋਲ। ਅਤ ਚਿੰਤਾ ਚਿਤ ਹਮਰੇ ਲਾਗੀ। ਮੇਰੀ ਧੀ ਤੇ ਬੈਠ ਗਈ ਨਾ ਘਰ, ਕਹਿੰਦਾ ਮੈਨੂੰ ਬੜੀ ਚਿੰਤਾ ਲੱਗੀ ਹੋਈ ਹੈ। ਲੇਨ ਸਾਕ ਤੋ ਰਹਿਓ ਕਿਥਾਈ। ਹਾਂਜੀ। ਦਈ ਮੋਹੇ ਕੂਕਰ ਸਮਤਾਈ। ਤੇ ਮੈਨੂੰ ਪਤਾ ਲੱਗਾ ਰਿਸ਼ਤਾ ਕਰਨਾ ਤੇ ਇੱਕ ਪਾਸੇ ਦੀ ਗੱਲ, ਕਹਿੰਦਾ ਸਭਾ ਦੇ ਵਿੱਚ ਕੁੱਤੇ ਨਾਲ ਬਰਾਬਰੀ ਕੀਤੀ। ਕਹਿੰਦਾ ਉਹ ਸਿੱਖ ਨੇ ਕਿਹਾ ਸੀ ਨਾ ਕੁੱਤਾ ਕੀ ਭੌਂਕਦਾ, ਕਹਿੰਦਾ ਮੇਰੀ ਬਰਾਬਰੀ ਕੁੱਤੇ ਨਾਲ ਕੀਤੀ ਤੁਹਾਡੀ ਸਭਾ 'ਚ। ਹਾਂਜੀ। ਅਬ ਲੋ ਕਛੂ ਨਾ ਬਿਗੜਿਓ ਸੁਪਨੇ। ਕਹਿੰਦਾ ਅਜੇ ਵੀ ਕੁਝ ਨਹੀਂ ਵਿਗੜਿਆ, ਕੋਈ ਗੱਲ ਨਹੀਂ। ਹਾਂਜੀ। ਨਾਤਾ ਲਿਹੋ ਜਾਓ ਘਰ ਆਪਣੇ। ਰਿਸ਼ਤਾ ਲੈ ਲਓ ਤੇ ਬਾਕੀ ਗੱਲਾਂ ਸਾਰੀਆਂ ਇੱਕ ਪਾਸੇ ਤੇ ਆਪਣੇ ਘਰ ਜਾਓ, ਕਹਿਣ ਲੱਗਾ। ਹਾਂਜੀ। ਨਤ ਕੂਕਰ ਭਾਖਿਓ ਜਮ ਜਬੈ। ਲਗੋ ਗੈਲ ਕੂਕਰ ਹੋਏ ਅਬੈ। ਹੈ ਤੇ ਸੱਚੀ ਕੁੱਤਾ ਹੀ ਹੈ ਨਾ, ਗੱਜ ਕੇ ਆਖੋ ਵਾਹ। ਤੇ ਮੇਰੇ ਮਨ ਦੀ ਭਾਵਨਾ 'ਚ ਚੰਦੂ ਅੱਜ ਤੱਕ ਧਰਤੀ ਤੇ ਕੁੱਤਾ ਬਣ ਕੇ ਤੁਰਿਆ ਫਿਰਦਾ ਹੋਏਗਾ ਜੀ। ਅੱਜ ਤੱਕ ਉਹ ਕੁੱਤਾ ਹੋਏਗਾ ਜੀ। ਮਹਾਰਾਜ ਸੱਚੀ ਸਰਕਾਰ ਗੁਰੂ ਅਰਜਨ ਸਾਹਿਬ ਸਾਹਮਣੇ ਬੈਠੇ ਇਹਦੇ ਜੀ। ਕਹਿੰਦਾ ਲੈ ਲਓ ਰਿਸ਼ਤਾ, ਕੁੱਤੇ ਨਾਲ ਤੇ ਬਰਾਬਰੀ ਦਿੱਤੀ ਹੈ। ਕਹਿੰਦਾ ਕੁੱਤਾ ਬਣ ਕੇ ਹੀ ਮਗਰ ਪੈ ਜਾਗਾ ਫਿਰ। ਹਾਂਜੀ। ਦੇਹੋ ਜਵਾਬ ਮੈਂ ਕਰੂੰ ਉਪਾਏ। ਜਵਾਬ ਦਿਓ, ਉਸੇ ਤਰੀਕੇ ਨਾਲ ਕਰਾਂਗਾ। ਸੌਜ ਵਿਆਹ ਕੀ ਕਹਿ ਤੁਮ ਘਾਏ। ਇੱਕ ਬੰਨੇ ਵਿਆਹ ਦਾ ਸਮਾਨ ਚ ਤੇ ਇੱਕ ਬੰਨੇ ਤੁਹਾਨੂੰ ਮੈਂ, ਚਲੋ ਵਾਹਿਗੁਰੂ ਮਹਾਰਾਜ ਮੈਨੂੰ ਵੀ ਮਾਫ ਕਰਨ, ਉਸ ਦੁਸ਼ਟ ਦੀ ਬੋਲੀ ਬੋਲਣੀ ਪੈ ਰਹੀ ਹੈ, ਕਥਾ ਸੁਣਾਉਣੀ ਹੈ। ਕਹਿੰਦਾ ਇੱਕ ਬੰਨੇ ਵਿਆਹ ਦਾ ਸਮਾਨ ਹੈ ਤੇ ਇੱਕ ਬੰਨੇ ਮੌਤ ਦਾ ਸਮਾਨ ਹੈ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੰਗਤ ਜੀ ਜਿਨ੍ਹਾਂ ਦਾ ਨਾਮ ਲਿਆ ਜੰਮ ਵੀ ਡਰ ਜਾਂਦੇ ਜੀ, ਜੰਮ ਵੀ ਡਰ ਜਾਂਦੇ ਆ। ਐਸੇ ਸੱਚੇ ਪਾਤਸ਼ਾਹ ਜੀ ਨੂੰ ਚੰਦੂ ਡਰਾਉਣ ਦਾ ਯਤਨ ਕਰਦੇ ਆ ਜੀ। ਹਾਂਜੀ। ਨਿਰਭੈ ਬਾਕ ਤਬ ਸਤਿਗੁਰ ਭਾਖਾ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨਿਰਭੈ ਹਨ, ਡਰਦੇ ਨਹੀਂ ਹਨ ਜੀ। ਚੇਤਾ ਰੱਖਿਓ, ਬਾਣੀ ਪੜਨ ਵਾਲਾ ਬੰਦਾ ਨਹੀਂ ਡਰੇਗਾ ਕਿਸੇ ਕੋਲੋਂ ਜੀ। ਬਾਣੀ ਪੜਨ ਵਾਲੇ ਬੰਦੇ ਦੇ ਅੰਦਰ ਨਾ ਜੀ ਇੱਕ ਜੁਰਤ ਪੈਦਾ ਹੋ ਜਾਂਦੀ ਜੀ, ਸੱਚ ਬੋਲਣ ਦੀ ਜੀ। ਹਾਂਜੀ। ਤੁਸੀਂ ਵੇਖ ਲਿਓ, ਆਮ ਬੰਦਾ ਸੱਚਾ ਵੀ ਹੋਏਗਾ ਨਾ ਜੀ, 4 ਬੰਦਿਆਂ 'ਚ ਗੱਲ ਕਰਨ ਲੱਗਿਆਂ ਉਹਨੂੰ ਡਰ ਜਾ ਲੱਗੇਗਾ ਜੀ। ਬਾਣੀ ਪੜਨ ਵਾਲਾ ਬੰਦਾ ਜਿੰਨੀ ਮਰਜ਼ੀ ਵੱਡੀ ਸਭਾ 'ਚ ਬੈਠਾ ਹੋਵੇ, ਜਦੋਂ ਉਹ ਬੋਲੇਗਾ ਸਾਰੇ ਚੁੱਪ ਹੋ ਜਾਣਗੇ ਜੀ। ਬਾਣੀ ਦੇ ਵਿੱਚ ਤਾਕਤ ਹੈਗੀ ਹੈ, ਬਾਣੀ ਬੁਲਾਉਂਦੀ ਜੇ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਰਭੈ ਹੋ ਕੇ ਬਚਨ ਕਰਦੇ ਆ, ਨਿਡਰ ਹੋ ਕੇ ਬਚਨ ਕੀਤਾ ਮਹਾਰਾਜ ਨੇ। ਹਾਂਜੀ। ਸੁਤਾ ਦੇਨ ਕੀ ਕਿਮ ਅਭਿਲਾਖਾ। ਮਹਾਰਾਜ ਕਹਿਣ ਲੱਗੇ ਤੂੰ ਕਦੋਂ ਦਾ ਸਾਡੇ ਨਾਲ ਆਪਣੀ ਧੀ ਦਾ ਰਿਸ਼ਤਾ ਜੋੜਨ ਲੱਗ ਪਿਆ, ਸਾਡੇ ਪੁੱਤਰ ਨਾਲ। ਹਾਂਜੀ। ਤੂੰ ਉੱਚੀ ਕੁਲ ਅਹ ਚੁਬਾਰਾ। ਇਹਦੀਆਂ ਹੀ ਗੱਲਾਂ ਇਹਨੂੰ ਹੀ ਮਹਾਰਾਜ ਸੁਣਾ ਰਹੇ। ਮਹਾਰਾਜ ਕਹਿੰਦੇ ਤੂੰ ਉੱਚੀ ਕੁਲ ਦਾ ਹੈ, ਤੂੰ ਚੁਬਾਰਾ। ਹਾਂਜੀ। ਹਮਕੋ ਮੋਰੀ ਸਰਸ ਉਚਾਰਾ। ਤੇ ਸਾਨੂੰ ਤਾਂ ਤੂੰ ਮੋਰੀ ਦੇ ਬਰਾਬਰ ਦੱਸਿਆ। ਹਾਂਜੀ। ਮੋਰੀ ਮੇਲ ਸੋ ਮੋਰੀ ਧਾਰਾ। ਤੇ ਮੋਰੀਆਂ ਨਾਲ ਤੇ ਮੋਰੀ ਮਿਲਦੇ ਆ, ਕਹਿਣ ਲੱਗੇ। ਹਾਂਜੀ। ਮਿਲੈ ਚੁਬਾਰੇ ਸੰਗ ਚੁਬਾਰਾ। ਚੰਦੂ ਜਾ ਕੋਈ ਚੁਬਾਰੇ ਵਾਲਾ ਲੱਭ, ਉਹਦੇ ਨਾਲ ਆਪਣਾ ਸੰਗ ਕਰ। ਕਹਿਣ ਲੱਗੇ ਸਾਡੇ ਨਾਲ ਤੇਰਾ ਮੇਲ ਨਹੀਂ ਬਣਨਾ। ਹਾਂਜੀ। ਤਬ ਭੀ ਕਹਿਓ ਅਬੈ ਭੀ ਕਹਾਂ। ਮਹਾਰਾਜ ਕਹਿੰਦੇ ਜਦੋਂ ਤੂੰ ਲਾਗੀ ਭੇਜੇ ਸੀ ਨਾ, ਅਸੀਂ ਉਦੋਂ ਵੀ ਕਿਹਾ ਸੀ ਸਾਡਾ ਮੇਲ ਨਹੀਂ ਬਣਨਾ, ਉਹਨੂੰ ਆਖੋ ਚੁਬਾਰਾ ਲੱਭੇ। ਹੁਣ ਵੀ ਕਹਿ ਰਹੇ ਆ ਚੰਦੂ
ਚੁਬਾਰਾ ਲੱਭ। ਹਾਂਜੀ, ਸਮਸੋ ਮਿਲਨ ਭਇਓ ਸਭ ਲਹੈ। ਮੇਲ ਤੇ ਬਰਾਬਰ ਦਿਆਂ ਦਾ ਹੀ ਹੁੰਦਾ ਹੈ ਜੀ। ਅਮੀਰ ਤੇ ਗਰੀਬ ਦਾ ਮੇਲ ਨਹੀਂ ਹੁੰਦਾ, ਮੇਲ ਤੇ ਬਰਾਬਰ ਵਾਲਿਆਂ ਦਾ ਹੁੰਦਾ। ਰਿਸ਼ਤੇਦਾਰੀ ਤੇ ਬਰਾਬਰ ਵਾਲਿਆਂ ਨਾਲ ਨਿਭਦੀ ਹੈ। ਅੰਤਰ ਬਹੁਤ ਹਮਾਰ ਤੁਮਾਰਾ। ਮਹਾਰਾਜ ਕਹਿਣ ਲੱਗੇ ਤੇਰਾ ਸਾਡਾ ਤੇ ਅੰਤਰ ਹੀ ਬੜਾ ਹੈਗਾ। ਉਹਦੀਆਂ ਗੱਲਾਂ ਉਹਨੂੰ ਹੀ ਸੁਣਾਈਆਂ ਜੀ। ਹਾਂਜੀ, ਕਿਤ ਮੋਰੀ ਕਿਤ ਹੋਤ ਚੁਬਾਰਾ। ਕਿੱਥੇ ਮੋਰੀ ਤੇ ਕਿੱਥੇ ਚੁਬਾਰਾ। ਮਹਾਰਾਜ ਕਹਿੰਦੇ ਮੋਰੀ ਬਹੁਤ ਥੱਲੇ, ਚੁਬਾਰਾ ਸਿਰਮੌਰ ਹੈ। ਹਾਂਜੀ, ਕਹਿਓ ਨਾ ਕੂਕਰ ਜੇ ਤੈ ਲਹਿਓ। ਮਹਾਰਾਜ ਕਹਿੰਦੇ ਹੁਣ ਅਗਲੀ ਗੱਲ ਸੁਣ ਲੈ। ਅਸੀਂ ਆਪਣੀ ਜ਼ੁਬਾਨ ਤੋਂ, ਰਸਨਾ ਤੋਂ ਤੈਨੂੰ ਕੁੱਤਾ ਨਹੀਂ ਆਖਿਆ। ਗੱਜ ਕੇ ਆਖੋ ਵਾਹਿਗੁਰੂ। ਉਹ ਸਿੱਖ ਨੇ ਕਿਹਾ ਸੀ ਨਾ, ਜਦੋਂ ਚਿੱਠੀ ਆਈ ਉਹ ਕਹਿੰਦਾ ਸੀ ਕੁੱਤਾ ਕੀ ਭੌਂਕਦਾ। ਮਹਾਰਾਜ ਕਹਿੰਦੇ ਅਸੀਂ ਨਹੀਂ ਤੈਨੂੰ ਕੁੱਤਾ ਕਿਹਾ। ਕਹਿਓ ਕੂਕਰ ਜੇ ਤੈਂ ਲਹਿਓ। ਪਰ ਹੁਣ ਤੂੰ ਕਹਿਣਾ ਵੀ ਤੈਨੂੰ ਅਸੀਂ ਆਖਿਆ। ਹਾਂਜੀ, ਜੇ ਨਾ ਕਹਿਓ ਤਾਂ ਭੀ ਅਬ ਕਹਿਓ। ਤੇ ਪ੍ਰਭ ਕੀ ਬਾਣੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਮਹਾਰਾਜ ਕਹਿੰਦੇ ਸੁਣ, ਉਦੋਂ ਤੇ ਨਹੀਂ ਸੀ ਕਿਹਾ, ਪਰ ਹੁਣ ਤੈਨੂੰ ਕਹਿੰਦੇ ਆ ਵੀ ਤੂੰ ਕੁੱਤਾ ਹੀ ਹੈ ਕਹਿਣ ਲੱਗੇ। ਹਾਂਜੀ, ਤੁਸੀਂ ਅੰਦਾਜ਼ਾ ਲਾਓ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਪੁੰਜ। ਹਾਂਜੀ, ਗੁਰੂ ਸਾਹਿਬ ਨੂੰ ਵੀ ਆਪਣੇ ਮੁਖੋਂ ਇਹ ਬਚਨ ਬੋਲਣਾ ਪੈ ਗਿਆ। ਕੋਈ ਨਾ ਕੋਈ ਕਾਰਨ ਤੇ ਹੋਏਗਾ ਹੀ ਨਾ ਜੀ। ਮਹਾਰਾਜ ਤਾਂ ਬੋਲਦੇ ਹੀ ਨਹੀਂ ਜੀ ਜ਼ਿਆਦਾ। ਹਾਂ, ਸਿੱਖ ਨੇ ਕਹਿਓ ਹਮਹੁ ਕਹਿ ਤਦਾ। ਉਦੋਂ ਤੇ ਸਿੱਖ ਨੇ ਕਿਹਾ ਸੀ, ਹੁਣ ਅਸੀਂ ਕਹਿ ਦਿੰਨੇ ਕਹਿਣ ਲੱਗੇ। ਹਾਂਜੀ, ਸਿੱਖ ਹਮ ਏਕ ਰੂਪ ਹੈ ਸਦਾ। ਕਿਉਂ? ਸਾਡੇ ਸਿੱਖ ਤੇ ਅਸੀਂ ਇੱਕੋ ਹੀ ਰੂਪ ਆ ਕਹਿਣ ਲੱਗੇ। ਇੱਕੋ ਹੀ ਰੂਪ ਹੈ। ਕਿੰਨਾ ਮਾਣ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਦਿੰਦੇ ਜੀ। ਸੁਨ ਮਨ ਜਰਿਓ ਜਰਿਓ ਨਹਿ ਬੈਨ। ਸੁਣ ਕੇ ਚੰਦੂ ਉਹਦਾ ਮਨ ਸੜ ਹੀ ਗਿਆ ਜੀ। ਮਹਾਰਾਜ ਜੀ ਦੇ ਬਚਨ ਜਰ ਨਹੀਂ ਹੋਏ ਉਹਦੇ ਕੋਲੋਂ ਜੀ। ਜੇ ਕੋ ਬੋਲੇ ਸੱਚ ਕੂੜਾ ਜਲ ਜਾਏ। ਜਲ ਜਾਵਈ। ਕਰੂਰ ਪਸਾਰੇ ਲਾਲ ਜੇ ਨੈਣ। ਬਸ ਵੇ ਤੁਹਾਨੂੰ ਪਤਾ, ਗੁੱਸੇ 'ਚ ਡੇਲੇ ਅੱਖਾਂ ਤੇ ਬੰਦੇ ਦੀਆਂ ਲਾਲ ਹੋ ਹੀ ਜਾਂਦੀਆਂ ਜੀ। ਅੱਖਾਂ ਲਾਲ ਕਰ ਲੀਆਂ ਗੁੱਸੇ ਵਿੱਚ ਦੀਆਂ ਨੇ। ਨਿਕਟ ਬੁਲਾਏ ਆਪਣੇ ਸਿਪਾਹੀ। ਆਪਣੇ ਸਿਪਾਹੀਆਂ ਨੂੰ ਨੇੜੇ ਸੱਦਿਆ ਜੀ। ਹਾਂਜੀ, ਜਲ ਭੋਜਨ ਪਹੁੰਚਨ ਦੇਹੋ ਨਾਹੀ। ਸੋਚਿਆ ਗਰਮੀ ਬੜੀ ਹੈ, 1-2 ਦਿਨ ਪਾਣੀ ਨਾ ਮਿਲਿਆ, ਰੋਟੀ ਨਾ ਮਿਲੀ, ਆਪੇ ਮੇਰੀ ਬੋਲੀ ਬੋਲਣਗੇ। ਜੇਠ ਦਾ ਮਹੀਨਾ ਸੀ, ਅੱਜ ਕੱਲ੍ਹ ਸਾਵਣ ਚੱਲ ਰਿਹਾ। ਹੁਣ ਵੀ ਕਿਤੇ ਪਿਆਸ ਲੱਗ ਜੇ ਨਾ ਤੇ ਪਾਣੀ ਤੋਂ ਬਗੈਰ ਰਿਹਾ ਨਹੀਂ ਜਾ ਸਕਦਾ। ਤੇ ਜੇਠ ਦਾ ਮਹੀਨਾ ਤੇ ਹੈ ਹੀ ਗਰਮੀ ਰੁੱਤ ਹੈ। ਕਹਿੰਦਾ ਪਾਣੀ ਨਹੀਂ ਪੀਣ ਨਹੀਂ ਦੇਣਾ, ਪ੍ਰਸ਼ਾਦਾ ਨਹੀਂ ਛਕਣ ਨੂੰ ਦੇਣਾ। ਹਾਂਜੀ, ਜਬ ਲੱਗ ਹੈਗੀ ਤ੍ਰਿਖਾ ਮਹਾਨੀ। ਜਦੋਂ ਇਹਨਾਂ ਨੂੰ ਆਪੇ ਹੀ ਪਿਆਸ ਲੱਗੇਗੀ, ਦੇ ਗਿਨ ਲੱਖ ਦੇਹੋਂ ਤਬ ਪਾਣੀ। ਤੇ ਇਹਨਾਂ ਨੂੰ ਕਹਿਣਾ ਵੀ ਲੱਖ ਰੁਪਈਆ ਗਿਣ ਕੇ ਦਿਓ, ਫਿਰ ਪਾਣੀ ਦਾ ਗਲਾਸ ਦੇਣਾ ਇਹਨਾਂ ਨੂੰ। ਹਾਂਜੀ, ਵਿਆਕੁਲ ਹੋਏ ਸ਼ੁੱਧਤ ਬਹੁ ਜਬੈ। ਜਦੋਂ ਫਿਰ ਵਿਆਕੁਲ ਹੋਣਗੇ ਭੁੱਖ ਨਾਲ। ਹਾਂਜੀ, ਲੇਹੋਂ ਲੱਖ ਦੇਹੋਂ ਭੋਜਨ ਤਬ। ਤੇ ਲੱਖ ਰੁਪਈਆ ਲੈ ਕੇ ਪ੍ਰਸ਼ਾਦਾ ਦੇ ਦਿਓ। ਤੇ ਸੰਗਤ ਜੀ, ਮਹਾਰਾਜ ਅੱਜ ਦੇ ਪ੍ਰਬੰਧਕਾਂ ਨੂੰ ਤੇ ਸੋਚਣਾ ਚਾਹੀਦਾ। ਇੱਕ ਗੁਰੂ ਘਰ ਦੇ ਜ਼ਿੰਮੇਵਾਰ ਬੰਦੇ ਨੇ ਆਪਣਾ ਬੰਦਾ ਗਲਤ ਕੇਸ ਵਿੱਚ ਫਸੇ ਹੋਏ ਨੂੰ ਛਡਾਉਣ ਵਾਸਤੇ ਗੁਰੂ ਘਰ ਦਾ 2.5 ਕਰੋੜ ਰੁਪਈਆ ਦਿੱਤਾ ਜੀ। ਹਾਂਜੀ, 2.5 ਕਰੋੜ ਰੁਪਈਆ ਗੁਰੂ ਘਰ ਦਾ ਦਿੱਤਾ, ਗੁਰੂ ਦੀ ਗੋਲਕ ਦਾ ਦੇਤਾ ਜੀ। ਤੁਸੀਂ ਅੰਦਾਜ਼ਾ ਲਾਓ ਵੀ ਗੁਰੂ ਸਾਹਿਬ ਕੋ 2 ਲੱਖ ਮੰਗ ਰਹੇ ਜੀ ਉਹ। ਮਹਾਰਾਜ ਕਹਿੰਦੇ ਸੰਗਤ ਦਾ ਇੱਕ ਇੱਕ ਦਮੜਾ ਕੀਮਤੀ ਹੈ। ਇਹ ਨਹੀਂ ਵੀ ਹੈ ਨਹੀਂ। ਭਾਈ ਲੰਗਾ ਗੁਰੂ ਸਾਹਿਬ ਜੀ ਦੇ ਨਾਲ ਆਏ ਨੇ। 3 ਲੱਖ ਰੁਪਈਆ ਉਸ ਸਮੇਂ 'ਚ ਭਾਈ ਲੰਗਾ ਜੀ ਟੈਕਸੀ ਤਾਰਦੇ ਹੁੰਦੇ ਸੀ ਸਾਲ ਦਾ ਜੀ। ਤੇ ਜਿਹਦਾ ਟੈਕਸੀ 3 ਲੱਖ ਹੈ ਉਸ ਜ਼ਮਾਨੇ ਦਾ, ਉਹ ਕਿੰਨਾ ਅਮੀਰ ਹੋਏਗਾ ਜੀ। ਭਾਈ ਲੰਗਾ ਦੀ ਵੀ ਗੱਲ ਛੱਡ ਦਿਓ। ਮੈਂ ਬੜੀ ਵਾਰੀ ਤੁਹਾਨੂੰ ਬੇਨਤੀ ਕੀਤੀ ਹੈ, ਗੁਰੂ ਅਰਜਨ ਸਾਹਿਬ ਕੰਧ ਤੇ ਨਿਗਾਹ ਮਾਰਨ ਹੀਰਿਆਂ ਦੀ ਬਣਾ ਦੇਣਾ ਜੀ, ਜੋ ਮਰਜ਼ੀ ਕਰ ਦੇਣਾ ਜੀ।
ਧਰਤੀ ਤੇ ਦ੍ਰਿਸ਼ਟੀ ਪਾਉਣ ਸੋਨੇ ਦੀ ਬਣਾ ਦੇਣ ਜੀ। ਭਾਈ ਗੜੀਆ ਜੀ ਗੁਰੂ ਅਰਜਨ ਸਾਹਿਬ ਦੇ ਸਿੱਖ ਨੇ ਨਾ, ਗੁਜਰਾਤ ਗਏ ਪਾਕਿਸਤਾਨ ਵਾਲੇ, ਦੌਲਾ ਸ਼ਾਹ ਮਿਲਿਆ, ਉਹ ਸੋਚਦਾ ਟੁੱਟੀ ਟੁੱਟੀ ਸਿੱਖ ਗਰੀਬ ਹੈ, ਸੋਨਾ ਬਣਾਉਣ ਦਾ ਫਾਰਮੂਲਾ ਦੱਸ ਦਿਆਂ। ਉਹ ਸੋਚ ਹੀ ਰਿਹਾ, ਭਾਈ ਗੜੀਆ ਜੀ ਉਹਦੇ ਮਨ ਦੀ ਗੱਲ ਜਾਣ ਲਈ ਰੇਤ ਤੇ ਦ੍ਰਿਸ਼ਟੀ ਪਾਈ, ਰੇਤ ਹੀ ਸੋਨੇ ਦੀ ਬਣਾ ਦਿੱਤੀ ਜੀ। ਕਹਿੰਦੇ ਤੂੰ ਤੇ ਫਾਰਮੂਲਾ ਲਾਉਣਾ ਹੈ ਨਾ, ਤੂੰ ਤੇ ਜੰਤਰ ਮੰਤਰ ਲਾਉਣਾ ਹੈ। ਗੁਰੂ ਨਾਨਕ ਦੀ ਮਿਹਰ ਹੈ, ਸਾਨੂੰ ਜੰਤਰ ਮੰਤਰ ਲਾਉਣ ਦੀ ਵੀ ਲੋੜ ਨਹੀਂ, ਵੇਖਣਾ ਹੀ ਹੈ ਬਸ। ਜੇ ਗੁਰੂ ਦੇ ਸਿੱਖ ਨੇ ਮਹਾਨ ਨੇ, ਜਿਸ ਰੁੱਖ ਦੀਆਂ ਟਾਹਣੀਆਂ ਇਹੋ ਜਿਹੀਆਂ, ਉਹ ਰੁੱਖ ਆਪ ਕਿਹੋ ਜਿਹਾ ਹੋਏਗਾ ਜੀ। 2 ਲੱਖ ਰੁਪਈਆ ਗੁਰੂ ਸਾਹਿਬ ਵਾਸਤੇ ਕੁਝ ਨਹੀਂ ਹੈ, ਪਰ ਮਹਾਰਾਜ ਸੰਗਤ ਦੀ 1 ਰੁਪਈਏ ਦੀ ਕੀਮਤ ਰੱਖਦੇ ਆ, ਕਦਰ ਕਰਦੇ ਆ ਸੱਚੇ ਪਾਤਸ਼ਾਹ। ਹਾਂਜੀ। ਨਿੰਦਰਾ ਤੇ ਜਪ ਸੁਪਤਨ ਚਾਹੈ। ਇਹ ਦੁਸ਼ਟ ਕਹਿੰਦਾ ਹੈ ਜਦੋਂ ਸੌਣ ਲੱਗਣ ਨੀਂਦ ਆਵੇ, ਦੇਹ ਲੱਖ ਤੋ ਸੋਵਨ ਲਹੈ। ਤੇ ਸੌਣ ਲੱਗਣ ਤੇ ਬਰਸ਼ਾ ਮਾਰ ਕੇ ਠਾ ਕੇ ਕਿਉਂ ਵੀ ਲੱਖ ਰੁਪਈਆ ਦਓ। ਹਾਂਜੀ। ਇਸ ਕੇ ਮਨ ਮੈਂ ਅਤਹੰਕਾਰ। ਇਹ ਪੁੱਠੀਆਂ ਗੱਲਾਂ ਮਹਾਰਾਜ ਬਾਰੇ ਕਹਿੰਦਾ ਹੈ। ਹਾਂਜੀ। ਨਿਮਹ ਨਹੀਂ ਅਬ ਕਰੋ ਸੰਘਾਰ। ਹਾਂਜੀ। ਏਕ ਬਾਤ ਕੋ ਨਿਸ਼ਚਾ ਮਾਨ। ਕਹਿ ਲਿਓ ਨਾਤਾ ਕਹਿ ਦਿਓ ਪ੍ਰਾਨ। ਮਹਾਰਾਜ ਨੂੰ ਕਹਿਣ ਲੱਗਾ ਵੀ ਮੈਂ ਸਾਰਾ ਕੰਮ ਰਫਾ ਦਫਾ ਕਰਾ ਦਿਆਂਗਾ, ਰਿਸ਼ਤਾ ਮੰਨ ਲਓ ਜਾਂ ਪ੍ਰਾਣ ਦੇ ਦਿਓ। ਹਾਂਜੀ। ਸੁਨ ਸਤਿਗੁਰ ਤਬ ਬਾਕ ਅਲਾਵੈ। ਹੁਣ ਸਾਵਧਾਨ ਹੋਇਆ ਤੇ ਗੁਰੂ ਅਰਜਨ ਦੇਵ ਜੀ ਦਾ ਬਚਨ ਸੁਣਿਓ, ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਬਚਨ ਕਰਦੇ ਐ। ਮਹਾਰਾਜ ਕਹਿੰਦੇ ਫਿਰ ਸੁਣ ਧਿਆਨ ਨਾਲ। ਹਾਂਜੀ। ਅਬ ਤੇ ਸੁਪਤ ਨਾ ਪੀਏ ਨਾ ਖਾਵੇਂ। ਮਹਾਰਾਜ ਕਹਿਣ ਲੱਗੇ ਚੰਦੂ, ਪਾਣੀ ਉਹ ਪੀਵੇ ਜਿਹਨੂੰ ਪਿਆਸ ਲੱਗਦੀ ਹੋਵੇ, ਪ੍ਰਸ਼ਾਦਾ ਉਹਨੂੰ ਛਕਣ ਦੀ ਲੋੜ ਹੈ ਜਿਹਨੂੰ ਭੁੱਖ ਲੱਗਦੀ ਹੋਵੇ, ਸੌਵੇਂ ਉਹ ਜਿਹਨੂੰ ਨੀਂਦ ਆਉਂਦੀ ਹੋਵੇ। ਕਹਿਣ ਲੱਗੇ ਤੁਸੀਂ ਕਹੋਗੇ ਵਿਸ਼ਾਲ ਸਿਆਂ ਸਾਡੇ ਤੇ ਪੱਲੇ ਗੱਲ ਨਹੀਂ ਪਈ, ਇਹ ਕੀ ਬੋਲਿਆ ਤੂੰ? ਪਰ ਚੇਤਾ ਰੱਖਿਓ ਇਹ ਬ੍ਰਹਮ ਗਿਆਨ ਦਾ ਬਚਨ ਹੈ, ਬ੍ਰਹਮ ਗਿਆਨ ਦਾ। ਪਾਣੀ ਅਸੀਂ ਪੀਂਦੇ ਹਾਂ, ਕਦੋਂ ਪੀਂਦੇ ਹਾਂ? ਜਦੋਂ ਪਿਆਸ ਲੱਗੇ ਤਾਂ ਹੀ ਪੀਂਦੇ ਹਾਂ ਨਾ। ਪ੍ਰਸ਼ਾਦਾ ਉਦੋਂ ਛਕਦੇ ਜਦੋਂ ਭੁੱਖ ਲੱਗੀ ਹੋਵੇ। ਬਿਨਾਂ ਭੁੱਖ ਤੋਂ ਕੋਈ ਪ੍ਰਸ਼ਾਦਾ ਛਕ ਕੇ ਵਿਖਾਵੇ ਜੀ, ਬਾਹਰ ਨੂੰ ਆਉਂਦਾ ਜੇ। ਤੇ ਸੌਂਦਾ ਬੰਦਾ ਉਦੋਂ ਹੀ ਹੈ ਜਦੋਂ ਨੀਂਦ ਆਉਂਦੀ ਹੈ। ਨਾ ਨੀਂਦ ਆਵੇ ਪਲੰਗੇ ਤੇ ਲੰਮਾ ਪਿਆ ਪਾਸੇ ਮਾਰੇਗਾ, ਪਰ ਨੀਂਦ ਨਹੀਂ ਆਉਂਦੀ ਜੀ, ਸੌ ਨਹੀਂ ਸਕਦਾ ਜੀ। ਮਹਾਰਾਜ ਕਹਿੰਦੇ ਸਾਨੂੰ ਤਿੰਨੋਂ ਚੀਜ਼ਾਂ ਦਾ ਅਸਰ ਨਹੀਂ ਹੈਗਾ। ਮਹਾਰਾਜ ਕਹਿੰਦੇ ਸਾਨੂੰ ਪਿਆਸ ਨਹੀਂ ਲੱਗਦੀ, ਸਾਨੂੰ ਭੁੱਖ ਨਹੀਂ ਲੱਗਦੀ, ਸਾਨੂੰ ਨੀਂਦ ਨਹੀਂ ਆਉਂਦੀ। ਨੀਂਦ ਬੜੀ ਜਾਬਰ ਹੈ ਜੀ, ਬੜੀ ਜਾਬਰ ਹੈ। ਇੱਕ ਸਿੰਘ ਸਾਡੇ ਨਾਲ 3-4 ਦਿਨ ਰਿਹਾ ਜੀ। ਹਾਂਜੀ। ਤੇ ਉਹਨਾਂ ਜੀ 4-5 ਘੰਟੇ ਸੌਣ ਨੂੰ ਮਿਲਦੇ ਸੀਗੇ ਜੀ। ਥੋੜੀ ਪੁਰਾਣੀ ਗੱਲ ਹੈ, 4-5 ਘੰਟੇ ਹੀ ਸੌਣ ਨੂੰ ਮਿਲਣੇ ਜੀ ਬਸ ਜੀ। ਹਾਂਜੀ। ਤੇ 5ਵੇਂ ਕੁ ਦਿਨ ਕਹਿਣ ਲੱਗਾ ਗਿਆਨੀ ਜੀ ਮੈਨੂੰ ਫੋਨ ਨਾ ਕਰਿਓ, ਮੈਂ ਸ਼ੁਦਾਈ ਹੋ ਜਾਣਾ ਜੇ। ਕਹਿਣ ਲੱਗਾ। ਮੈਂ ਕਿਹਾ ਕਿਉਂ? ਕਹਿੰਦਾ ਇੱਕ ਦੀ ਥਾਂ ਤੇ 4-4 ਬੰਦੇ ਨਜ਼ਰ ਆਉਂਦੇ ਆ। ਕਹਿੰਦਾ ਮੈਂ ਤੇ ਖਲੋਤੇ ਨੇ ਡਿੱਗ ਜਾਣਾ, ਸੌਣ ਦਾ ਟਾਈਮ ਹੀ ਨਹੀਂ ਮਿਲਦਾ। ਕਹਿੰਦਾ ਇੱਧਰ ਜਾਣਾ ਇੱਧਰ ਜਾਣਾ, ਇੰਝ ਕਰਨਾ। ਨੀਂਦ ਤਗੜਿਆਂ ਨੂੰ ਧਰਤੀ ਤੇ ਸੁੱਟ ਦਿੰਦੀ ਜੇ। ਨੀਂਦ ਇੰਨੀ ਬਲੀ ਹੈ, ਨੀਂਦ ਕੰਢਿਆਂ ਤੇ ਵੀ ਆ ਜਾਂਦੀ ਹੈ, ਨੀਂਦ ਇੰਨੀ ਬਲੀ ਹੈ। ਪਰ ਮਹਾਰਾਜ ਕਹਿੰਦੇ ਸਾਨੂੰ ਨੀਂਦ ਆਉਂਦੀ ਨਹੀਂ। ਕਿਉਂ ਨਹੀਂ ਆਉਂਦੀ? ਬਾਣੀ ਦਾ ਬਚਨ ਸੁਣ ਲਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਣੀ ਦਾ ਬਚਨ ਹੈ, ਤਿੱਥੈ ਊਂਘ ਨਾ ਭੁੱਖ ਹੈ, ਜਿੱਥੈ ਆਤਮ ਰਾਮ ਪਰਗਾਸ। ਇਹਦੇ ਹੁਣ ਅਰਥ ਸੁਣੋ।
ਜਿੱਥੇ ਵਾਹਿਗੁਰੂ ਜੀ ਦਾ ਨਾਮ ਬੰਦੇ ਦੇ ਹਿਰਦੇ ਵਿੱਚ ਵਸ ਗਿਆ ਜੀ, ਉੱਥੇ ਨਾ ਊਂਘ ਹੈ ਨਾ ਭੁੱਖ ਹੈ। ਊਂਘ ਨਾਮ ਨੀਂਦ ਦਾ, ਭੁੱਖ ਤੁਹਾਨੂੰ ਪਤਾ ਹੈ। ਉੱਤੋਂ ਵਾਹਿਗੁਰੂ 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 ਜਪਣ ਵਾਲਿਆਂ ਨੂੰ ਪਾਣੀ ਦੀ ਵੀ ਲੋੜ ਹੈਗੀ, ਤੇ ਪ੍ਰਸ਼ਾਦੇ ਦੀ ਵੀ ਲੋੜ ਹੈਗੀ, ਤੇ ਸੌਣ ਦੀ ਵੀ ਲੋੜ ਹੈਗੀ ਜੇ। ਮੈਂ ਭਾਈ ਵੀਰ ਸਿੰਘ ਜੀ ਦਾ ਇੱਕ ਲੇਖ ਪੜ੍ਹ ਰਿਹਾ ਸਾਂ। ਉਹ ਨੀਂਦ ਤੇ ਬਹੁਤ ਜ਼ੋਰ ਦਿੰਦੇ ਸੀ। ਉਹ ਕਹਿੰਦੇ ਸੀ ਜੇ 8 ਘੰਟੇ ਨਹੀਂ ਨਾ ਸੌਣਾ ਤੇ ਮੇਰੇ ਕੋਲ ਨਾ ਆਇਓ। ਕਹਿਣ ਲੱਗੇ ਮੇਰੇ ਕੋਲ ਉਹ ਆਵੇ ਜਿਹਨੇ 8 ਘੰਟੇ ਸੌਣਾ। ਨਾਮ ਜਪਣਾ ਚਲੋ ਰੈਸਟ ਤੇ ਚਾਹੀਦੀ ਹੈ ਸਰੀਰ ਨੂੰ, ਪਰ ਸਤਿਗੁਰੂ ਜੀ ਦੀ ਬਾਣੀ ਇੱਕ ਗੱਲ ਕਹਿੰਦੀ ਹੈ, ਇਹ ਗੱਲ ਤੁਹਾਡੇ ਤੇ ਵੀ ਵਰਤ ਜੇਗੀ। ਜਿੱਥੇ ਰੱਬ ਦਾ ਨਾਮ ਜਿਸ ਦਿਨ ਤੁਹਾਡੇ ਹਿਰਦੇ 'ਚ ਵਸ ਗਿਆ, ਉਸ ਦਿਨ ਨਾ ਨੀਂਦ ਹੀ ਰਹਿਣੀ ਤੇ ਨਾ ਭੁੱਖ ਰਹਿਣੀ ਹੈ ਜੀ। ਜਿੰਨਾ ਚਿਰ ਤੱਕ ਨਾਮ ਹਿਰਦੇ 'ਚ ਨਹੀਂ ਵਸਿਆ, ਉਹਨਾਂ ਚਿਰ ਤੱਕ ਭੁੱਖ ਪਿਆਸ ਨੀਂਦ ਸਾਰਾ ਕੁਝ ਚਾਹੀਦਾ ਹੈ ਜੀ। ਹੁਣ ਆਪਾਂ ਜਿੰਨੇ ਬੈਠੇ ਆ ਜੀ, ਜਿੰਨੇ ਬੈਠੇ ਆ ਜਾਂ ਜਿਹੜੇ ਟੀਵੀ ਤੇ ਵੀ ਕਥਾ ਸੁਣ ਰਹੇ ਆ, ਇਮਾਨਦਾਰੀ ਨਾਲ ਗੱਲ ਕਰਿਓ, ਅਜੇ ਨਾਮ ਹਿਰਦੇ 'ਚ ਨਹੀਂ ਵਸਿਆ ਜੀ। ਜੇ ਵਸਿਆ ਹੋਵੇ ਤੇ ਭੁੱਖ ਪਿਆਸ ਨਾਲ ਸੰਬੰਧ ਹੀ ਨਾ ਰਵੇ ਜੀ। ਨਾਮ ਬੜੀ ਵੱਡੀ ਗੱਲ ਹੈਗੀ ਜੀ। ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਜਾਂਦਾ ਨਾ, 2 ਮਿੰਟ ਦੀ ਨੀਂਦ ਲੈਂਦੇ 'ਚ ਸਖੋਪਤੀ ਤੇ ਤਰੋ ਤਾਜ਼ੇ ਹੋ ਜਾਂਦੇ ਜੀ। ਪਰ ਜਿਨ੍ਹਾਂ ਦੇ ਹਿਰਦੇ 'ਚ ਵਸਦਾ, ਉਹਨਾਂ ਚਿਰ ਨਹੀਂ, ਉਹਨਾਂ ਚਿਰ ਸਭ ਕੁਝ ਲੋੜ 'ਚ। ਮੈਂ ਇੱਕ ਗੁਰੂ ਸਾਹਿਬ ਤੇ ਬਹੁਤ ਵੱਡੇ ਨੇ, ਗੁਰੂ ਅਰਜਨ ਸਾਹਿਬ ਦੀ ਤੇ ਗੱਲ ਹੀ ਨਹੀਂ ਨਾ। ਗੁਰੂ ਅਰਜਨ ਸਾਹਿਬ ਤੇ ਆਪ ਪਰਮੇਸ਼ਰ ਰੱਬ ਬਹੁਤ ਵੱਡੇ ਹੈ। ਮੈਂ ਗੁਰੂ ਅਰਜਨ ਦੇਵ ਜੀ ਦੇ ਇੱਕ ਸਿੱਖ ਦਾ ਜ਼ਿਕਰ ਕਰਕੇ ਅੱਗੇ ਚੱਲਾਂਗਾ ਜੀ। ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ, ਅਖੀਰਲੇ ਸਮੇਂ ਥੋੜੀ ਜਿਹੀ ਸਿਹਤ ਢਿੱਲੀ ਹੋਈ ਜੀ। ਸਿੰਘ ਜ਼ਬਰਦਸਤੀ ਪ੍ਰਸ਼ਾਦਾ ਛਕਾਉਂਦੇ ਆ। ਇੱਕ ਦਿਨ ਫਿਰ ਮਹਾਂਪੁਰਖਾਂ ਨੇ ਕਹਿ ਹੀ ਦਿੱਤਾ, ਕਹਿੰਦੇ ਸਿੰਘੋ ਪ੍ਰਸ਼ਾਦਾ ਤੇ ਤੁਹਾਨੂੰ ਖੁਸ਼ ਕਰਨ ਲਈ ਛਕਦਾ, ਹੁਣ ਲੋੜ ਨਹੀਂ ਹੈਗੀ। ਕਹਿਣ ਲੱਗੇ ਲੋੜ ਨਹੀਂ ਹੈਗੀ ਸਰੀਰ ਨੂੰ। ਕਿਉਂ? ਜਦੋਂ ਨਾਮ ਬੰਦੇ ਦਾ ਭੋਜਨ ਬਣ ਜਾਂਦਾ ਹੈ ਨਾ, ਜਦੋਂ ਹਿਰਦੇ 'ਚ ਵਸ ਜਾਂਦਾ ਹੈ, ਭੋਜਨ ਬਣ ਜਾਂਦਾ ਹੈ, ਫਿਰ ਅੰਦਰੇ ਅੰਦਰ ਹੀ ਸਭ ਕੁਝ ਮਿਲ ਜਾਂਦਾ ਜੀ। ਗੁਰਬਾਣੀ 'ਚ ਨਾਮ ਨੂੰ ਭੋਜਨ ਲਿਖਿਆ ਕਿ ਨਹੀਂ ਲਿਖਿਆ ਜੀ? ਗੱਜ ਕੇ ਆਖੋ ਵਾਹਿਗੁਰੂ। ਰੋਜ਼ ਤੁਸੀਂ ਪੜ੍ਹਦੇ ਹੋ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ठाकुर का पयो, ठाकुर का जिसका सबस आधारो, जेको खावे जेको पुंचै तिसका होए उधारो। जे कोई इनू खावे। हर नाम हमारा भोजन 36 प्रकार, बाणी विच लिखिया जी। नाम साडा 36 तरह का भोजन हैगा जी। हाँ जी, बहुत अमीर बंदा होवे ना जी, उन्होंने 36 तरह का भोजन एक दिन का मिलता जी। श्री कृष्ण जी नूं 56 प्रकार का भोग लगता जी। अमीर बादशाह राजियां नूं गुरु अर्जन साहब लिखते हैं, जह प्रसाद 36 अमृत खाहे। 36 तरह का भोजन मन्निया गया। पर नाम जपण वाला जदों नाम भोजन बनता है ना, महाराज कहते साडा 36 तरह का भोजन नाम ही हैगा। कहण लगे जेड़ा नाम का भोजन छकदा है, उन्होंने बाहर दे भोजन की लोड़ नहीं हैगी जी। नाम नूं जल भी लिखिया बाणी च, पानी की तृष्णा भी नाम ही दूर कर दिंदा है। सो गुरु अर्जन साहब महाराज कहते हैं, चंदू की सोचने है, ना सानू पानी की लोड़, ना सानू प्रसादे की लोड़, ते ना सानू नींद की लोड़ हैगी है। हाँ जी, ये ब्रह्म ज्ञान की अवस्था है साध संगत जी। हेठां वाली नहीं, थल्ले वालियां नू सब कुछ खाना पीना पैंदा ते
ਕਈ ਵਾਰੀ ਨਾ ਆਪਾਂ ਰੀਸ ਕਰਨ ਲੱਗ ਪੈਂਦੇ ਆ ਕਿਸੇ ਮਹਾਂਪੁਰਖ ਗੁਰਮੁਖ ਦੀ, ਤੇ ਫਿਰ ਅੰਦਰ ਗਰਮੀ ਪੈਦਾ ਹੋ ਜਾਂਦੀ ਹੈ ਜੀ। ਬਾਬਾ ਠਾਕਰ ਸਿੰਘ ਜੀ ਥੋੜ੍ਹਾ ਛਕਦੇ ਜੀ, ਸਿੰਘ ਰੀਸ ਕਰਨ ਲੱਗ ਪਏ ਵੀ ਅਸੀਂ ਵੀ ਥੋੜ੍ਹਾ ਛਕੀਏ ਜੀ। ਤੇ ਜਦੋਂ ਸਿੰਘਾਂ ਨੇ ਕੀਤੀ ਰੀਸ ਤੇ ਅੰਦਰ ਪੈ ਗਈ ਗਰਮੀ, ਤੇ ਫਿਰ ਸਾਰੇ ਹਸਪਤਾਲ ਭਰਤੀ ਹੋਏ ਜੀ। ਹਾਂਜੀ, ਜਿਹੜਾ ਥੋੜਾ ਖਾਣਾ ਹੈ ਨਾ, ਇਹ ਵੀ ਅਵਸਥਾ ਹੈ, ਪਰ ਇੱਕ ਅਵਸਥਾ ਬਿਲਕੁਲ ਖਾਣਾ ਬੰਦ ਹੋ ਜਾਂਦਾ ਹੈ ਜੀ। ਸੋ ਮਹਾਰਾਜ ਕਹਿਣ ਲੱਗੇ, ਸੱਚੇ ਪਾਤਸ਼ਾਹ ਬਚਨ ਕੀਤਾ, ਅਬ ਤੇ ਸੁਪਤ ਨਾ ਪੀਏ ਨਾ ਖਾਵੇਂ। ਅੱਜ ਤੋਂ ਬਚਨ ਕਰਦੇ ਆ, ਤੇਰੇ ਘਰ 'ਚ ਨਾ ਸੋਵਾਂਗੇ, ਨਾ ਖਾਵਾਂਗੇ, ਨਾ ਪਾਣੀ ਪੀਵਾਂਗੇ। ਕਹਿਣ ਲੱਗੇ, ਬਚਨ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਬੈਠੇ ਰਹੈਂ ਏਕ ਹੀ ਥਾਨ। ਮਹਾਰਾਜ ਕਹਿਣ ਲੱਗੇ, ਚਿੰਤਾ ਨਾ ਕਰ, ਇੱਕੋ ਜਗ੍ਹਾ ਤੇ ਬੈਠੇ ਰਵਾਂਗੇ। ਹਾਂਜੀ, ਕਰਹੁ ਜਥਾ ਕਰਬੈ ਮਨ ਜਾਨ। ਤੂੰ ਜੋ ਕਰਨਾ ਕਰ ਲੈ, ਜੋ ਤੇਰੇ ਮਨ ਚ ਆਉਂਦਾ ਉਹ ਕਰ ਲੈ। ਅਪਰ ਕਠੋਰ ਸੋ ਦੁਸ਼ਟ ਬਖਾਨਾ। ਹਾਂਜੀ, ਕਰੇ ਸਿਪਾਹੀ ਗਨ ਸਾਵਧਾਨਾ। ਉਹ ਹੁਣ ਮਹਾਰਾਜ ਤੇ ਪ੍ਰੇਮ ਨਾਲ ਭਰੇ ਪਏ ਆ, ਉਹ ਹੁਣ ਕਠੋਰਤਾ ਨਾਲ ਭਰਿਆ ਪਿਆ। ਉਹਨੇ ਫਿਰ ਸੰਗਤ ਜੀ ਕਠੋਰ ਬੋਲੀ ਆਪਣੇ ਸਿਪਾਹੀਆਂ ਨੂੰ ਹੋਰ ਸਾਵਧਾਨ ਕੀਤਾ। ਖਰੇ ਰਹੋ ਰਾਖੋ ਤਕਰਾਈ। ਕਹਿੰਦਾ ਖੜੇ ਰਹੋ, ਪਹਿਰਾ ਰੱਖੋ, ਨਾਹੇ ਨਾ ਖਾਏ ਪੀਐ ਸਪਤਾਈ। ਕਹਿੰਦਾ ਵੇਖਦੇ ਆ ਕਿਉਂ ਨਹੀਂ ਕੁਝ ਖਾਣਗੇ, ਕਿਉਂ ਨਹੀਂ ਪੀਣਗੇ, ਕਿਉਂ ਨਹੀਂ ਸੌਣਗੇ। ਬੰਦਾ ਨਹੀਂ ਰਹਿ ਸਕਦਾ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਤੋਂ ਬਗੈਰ। ਹਾਂਜੀ, ਪਾਂਚੋਂ ਸਿੱਖਨ ਪੌਰ ਮਝਾਰ। ਪੰਜ ਸਿੱਖ ਜਿਹੜੇ ਦਰਸ਼ਨੀ ਵਾਹਿਗੁਰੂ ਦਰਸ਼ਨੀ ਤੇ ਨਹੀਂ, ਦਿਉੜੀ ਦੇ ਨਾਲ ਬੱਝੇ ਆ ਜੀ। ਹਾਂਜੀ, ਕੈਦ ਕਰਹੁ ਰਿਸ ਕੋ ਡਾਰ। ਕਹਿਣ ਲੱਗਾ ਗੁੱਸੇ ਵਿੱਚ, ਕਹਿੰਦਾ ਇਹਨਾਂ ਨੂੰ ਵੀ ਬੰਨ੍ਹ ਕੇ ਰੱਖੋ, ਕੈਦ ਕਰਕੇ ਰੱਖੋ। ਇਸ ਕੇ ਪਾਸ ਨਾ ਆਵਨ ਦੀਜੋ। ਕਹਿਣ ਲੱਗਾ ਸਿੱਖਾਂ ਨੂੰ ਗੁਰੂ ਜੀ ਦੇ ਕੋਲ ਨਾ ਆਉਣ ਦਿਓ। ਹਾਂਜੀ, ਬਾਤ ਬਖਾਨਾ ਕੋਈ ਨਾ ਬੀਜੋ। ਤੇ ਚੇਤਾ ਰੱਖੋ ਗੱਲਬਾਤ ਨਾ ਕੋਈ ਕਰ ਸਕਣਾ। ਰੱਖੋ ਇਕਾਕੀ ਇਠਾ ਬਿਠਾਏ। ਕੱਲੇ ਬਿਠਾਈ ਰੱਖੋ ਇਹਨਾਂ ਨੂੰ। ਖਰੇ ਰਹੈ ਇੱਕ ਨਰ ਇਸ ਥਾਏ। ਗੁਰੂ ਸਾਹਿਬ ਦੇ ਸੀਸ ਤੇ ਹਰ ਸਮੇਂ ਚੰਦੂ ਨੇ ਇੱਕ ਬੰਦਾ ਖੜਾ ਕਰ ਦਿੱਤਾ ਜੀ, ਵੀ ਇੱਕ ਬੰਦਾ ਲਾਗੇ ਖਲੋਤਾ ਰਵੇ ਜੀ। ਚੈੱਕ ਕਰੋ ਸੌਂਦੇ ਤੇ ਨਹੀਂ। ਹਾਂਜੀ, ਉਠਨੇ ਦੇਹੋ ਨਾ ਪੌੜਨ ਦੇਹੋ। ਚੌਂਕੜੇ 'ਚ ਹੀ ਰੱਖਣਾ, ਉੱਠਣ ਨਹੀਂ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਸੱਚੀ ਗੱਲ 'ਚ ਇਹ ਵੀ ਬੜੀ ਵੱਡੀ ਗੱਲ ਹੈ। ਕਿਸੇ ਅਭਿਆਸੀ ਦਾ ਚੌਂਕੜਾ ਲੰਬਾ ਹੋਣਾ ਜੀ। ਸਰੀਰ ਬਜ਼ੁਰਗ ਹੋ ਜਾਂਦੇ ਆ, ਨਹੀਂ ਚੌਂਕੜੀਆਂ ਵੱਜਦੀਆਂ, ਕੋਈ ਉਹਨਾਂ ਦਾ ਦੋਸ਼ ਨਹੀਂ ਹੈ। ਬਜ਼ੁਰਗਾਂ ਦੀ ਤੇ ਛੱਡੋ, ਨੌਜਵਾਨ ਸਰੀਰ ਵੀ 5-6 ਘੰਟਿਆਂ ਤੋਂ ਬਾਅਦ ਚੌਂਕੜੀ ਨਹੀਂ ਮਾਰ ਸਕਦੇ ਜੀ। ਕਹਿੰਦਾ ਚੌਂਕੜੇ 'ਚੋਂ ਹਿੱਲਣ ਨਹੀਂ ਦੇਣਾ, ਉੱਠਣ ਵੀ ਨਹੀਂ ਦੇਣਾ। ਹਾਂਜੀ, ਬੋਲਣ ਦੇਹੋ ਨਾ ਦੇਖੋ ਇਹ। ਗੱਲ ਨਾ ਕਰਨ ਪਾਉਣ, ਇਹ ਵੀ ਧਿਆਨ ਰੱਖਣਾ। ਇਮ ਕੈ ਸਦਨ ਬਰਿਓ ਨਿਜ ਜਾਏ। ਇਹ ਕਹਿ ਕੇ ਦੁਸ਼ਟ ਆਪਣੇ ਘਰ ਵਿੱਚ ਜਾ ਕੇ ਪ੍ਰਵੇਸ਼ ਹੋ ਗਿਆ ਜੀ। ਮਹਾ ਦੁਸ਼ਟ ਬੜ ਖੋਟ ਉਪਾਏ। ਬੜਾ ਦੁਸ਼ਟ ਹੈ, ਮਨ ਵਿੱਚ ਖੋਟੀਆਂ ਹੀ ਚਾਲਾਂ ਚੱਲਦੀਆਂ। ਸੰਗਤ ਜੀ ਇਹ ਮਨਾਂ ਦੀ ਗੱਲ ਹੈਗੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਸ ਤਰ੍ਹਾਂ ਨਹੀਂ ਗੱਜ ਕੇ। ਵਾਹਿਗੁਰੂ। ਮਨ ਦੀ ਖੇਡ ਹੈਗੀ। ਕਈਆਂ ਦੇ ਮਨ 'ਚ ਗੱਲਾਂ ਹੀ ਇਹ ਚੱਲਦੀਆਂ ਰਹਿੰਦੀਆਂ ਜੀ, ਗੱਲਾਂ ਹੀ ਇਹ ਚੱਲਦੀਆਂ ਰਹਿੰਦੀਆਂ। ਘਰ ਆਇਆ ਇਹੋ ਹੀ ਗੱਲਾਂ ਸੋਚੀ ਜਾਂਦਾ, ਦੁਸ਼ਟ ਪਾਪੀ ਪਾਗਲ। 100 ਦਿਨ ਬੀਤ ਗਇਓ ਨਿਸ ਬੀਤੇ। ਪਰ ਸੰਗਤ ਜੀ ਉਹ ਦਿਨ ਵੀ ਲੰਘ ਗਿਆ, ਉਹ ਰਾਤ ਵੀ ਲੰਘ ਗਈ। ਗੁਰੂ ਅਰਜਨ ਦੇਵ ਮਹਾਰਾਜ ਚੌਂਕੜਾ ਮਾਰਿਆ, ਸਾਰੀ ਦਿਹਾੜੀ ਸਤਿਗੁਰਾਂ ਨੇ ਚੌਂਕੜਾ ਨਹੀਂ ਖੋਲਿਆ ਜੀ। ਸਾਰੀ ਦਿਹਾੜੀ ਚੌਂਕੜਾ ਨਹੀਂ ਖੋਲਿਆ। ਚੌਂਕੜਾ ਤੇ ਛੱਡੋ, ਇੱਕ ਵਾਰੀ ਗੋਡਾ ਵੀ ਨਹੀਂ ਤਾਂ ਚੁੱਕ ਕੇ ਦੇਖਿਆ ਜੀ, ਕੋਈ ਢੋ ਨਹੀਂ ਲਾਈ। ਸਿਪਾਹੀ ਖਲੋਤੇ ਵੇਖ ਵੇਖ ਕੇ ਹੈਰਾਨ ਹੁੰਦੇ ਆ ਵੀ ਹੁਣ ਪਾਣੀ ਮੰਗਣ, ਹੁਣ ਪ੍ਰਸ਼ਾਦਾ ਮੰਗਣ। ਪਰ ਗੁਰੂ ਅਰਜਨ ਦੇਵ ਜੀ ਨੇਤਰ ਬੰਦ ਨੇ, ਰਸ ਵਿੱਚ ਲੀਨ ਨੇ, ਪੀਣ ਨੂੰ ਪਾਣੀ ਵੀ ਨਹੀਂ ਮੰਗਦੇ, ਪ੍ਰਸ਼ਾਦਾ ਵੀ ਨਹੀਂ ਮੰਗਦੇ।
ਤੇ ਸੌਣ ਦੀ ਤੇ ਗੱਲ ਹੀ ਨਹੀਂ ਉੱਥੇ ਹੈਗੀ ਜੀ। ਹਾਂਜੀ, ਖਾਨ ਪਾਨ ਬਿਨ ਸਤਿਗੁਰ ਰੀਤੇ। ਸੱਚੇ ਪਾਤਸ਼ਾਹ ਗਰੀਬ ਨਵਾਜ ਕੁਝ ਨਹੀਂ ਛਕਿਆ, ਮਹਾਰਾਜ ਉਸ ਤਰ੍ਹਾਂ ਹੀ ਬੈਠੇ ਰਹੇ ਜੀ। ਹਾਂਜੀ, ਸਿੱਖਨ ਮਹਿ ਰੌਰਾ ਪਰ ਗਇਓ। ਉਧਰ ਲਾਹੌਰ ਦੇ ਵਿੱਚ ਰੌਲਾ ਪੈ ਗਿਆ ਜੀ ਵੀ ਸਤਿਗੁਰੂ ਕਿੱਧਰ ਚਲੇ ਗਏ। ਹਾਂਜੀ, ਇੱਕ ਦਿਨ ਹੋ ਗਿਆ ਸਾਰਾ ਬੈਠੇ ਹੈ। ਕੱਲ ਰਾਤ ਦੇ ਚੰਦੂ ਦੇ ਕੋਲ ਇੱਕ ਰਾਤ ਪਹਿਲਾਂ ਆਏ, ਅਗਲਾ ਦਿਨ ਸਾਰਾ ਹੋ ਗਿਆ, ਭਾਵ 2 ਦਿਨ ਹੋ ਗਏ ਹੈ। ਮਹਾਰਾਜ ਦਰਬਾਰ 'ਚ ਗਏ ਸੀ ਬਾਦਸ਼ਾਹ ਦੇ, ਮੁੜ ਵਾਪਸ ਹੀ ਨਹੀਂ ਆਏ। ਹਾਂਜੀ, ਗੁਰ ਕਿਤ ਗਏ ਨਾ ਸੁਧ ਕੋ ਪਇਓ। ਲਾਹੌਰ ਦੇ ਸਿੱਖਾਂ ਦੇ ਵਿੱਚ ਰੌਲਾ ਪੈਣਾ ਹੋਣਾ ਲੱਗ ਪਿਆ, ਘੁਸਰ ਮੁਸਰ ਜੀ ਸ਼ੁਰੂ ਹੋ ਗਈ ਵੀ ਮਹਾਰਾਜ ਕਿੱਧਰ ਚਲੇ ਗਏ। ਹਾਂਜੀ, ਇਤ ਉਤ ਨਗਰ ਬਿਖੈ ਫਿਰ ਹੀਰੈ। ਸਿੱਖ ਇਕੱਠੇ ਹੋ ਕੇ ਨਾ ਲਾਹੌਰ ਦੇ ਵਿੱਚ ਤੁਰੇ ਫਿਰਦੇ ਐ, ਲੱਭਦੇ ਐ ਵੀ ਸੱਚੇ ਪਾਤਸ਼ਾਹ ਕਿੱਧਰ ਗਏ ਐ। ਹਾਂਜੀ, ਪਿਖੈ ਧਰਮਸਾਲਾਦ ਕਨੇਰੈ। ਗੱਜ ਕੇ ਆਖੋ ਵਾਹਿਗੁਰੂ। ਤੇ ਦੱਸਦੇ ਆ, ਕਹਿੰਦੇ ਆ ਧਰਮਸ਼ਾਲਾ ਦੇ ਵਿੱਚ ਜਾਂਦੇ ਆ, ਕੋਈ ਇੱਧਰ ਜਾਂਦਾ ਹੈ, ਕੋਈ ਉੱਧਰ ਜਾਂਦਾ ਹੈ। ਲਾਹੌਰ 'ਚ ਧਰਮਸ਼ਾਲਾ ਹੈ ਗੁਰੂ ਰਾਮਦਾਸ ਜੀ ਦਾ, ਜਿੱਥੇ ਜਨਮ ਹੋਇਆ। ਉੱਧਰ ਵੇਖਦੇ ਆ, ਮਹਾਰਾਜ ਦੇ ਕਿਤੇ ਦਰਸ਼ਨ ਨਹੀਂ ਹੋ ਰਹੇ। ਸਿੱਖਨ ਕੇ ਘਰ ਸਿੱਖ ਫਿਰੰਤੇ। ਸਿੱਖਾਂ ਦੇ ਘਰਾਂ 'ਚ ਸਿੱਖ ਤੁਰੇ ਫਿਰਦੇ ਆ ਵੀ ਭਾਈ ਤੇਰੇ ਘਰ ਮਹਾਰਾਜ ਆਏ, ਉਹ ਕਹਿੰਦਾ ਨਹੀਂ। ਤੇਰੇ ਘਰ ਆਏ ਆ, ਨਹੀਂ ਆਏ। ਹਾਂਜੀ, ਕਿਤ ਸਤਿਗੁਰ ਉਤਰੇ ਗੁਣਵੰਤੇ। ਗੱਲਾਂ ਕਰਦੇ ਵੀ ਮਹਾਰਾਜ ਗਰੀਬ ਨਵਾਜ ਗੁਣਾਂ ਦੇ ਘਰ ਸੱਚੇ ਪਾਤਸ਼ਾਹ ਕਿੱਥੇ ਉਤਰ ਗਏ ਐ, ਕਿੱਧਰ ਚਲੇ ਗਏ ਐ। ਗਏ ਸ਼ਾਹ ਢਿੱਗ ਬਾਹਰ ਨਾ ਆਏ। ਹੁਣ ਸਾਰਿਆਂ ਦੀ ਸੂਈ ਜਹਾਂਗੀਰ ਤੇ ਹੀ ਹੈ ਵੀ ਜਹਾਂਗੀਰ ਕੋਲ ਗਏ ਸੀ, ਮੁੜ ਮਹਾਰਾਜ ਦੇ ਦਰਸ਼ਨ ਨਹੀਂ ਹੋਏ। ਕਿਧਾਂ ਸੁਧਾਸਰ ਕੋ ਗਮਨ ਆਏ। ਕਿਤੇ ਮਹਾਰਾਜ ਅੰਮ੍ਰਿਤਸਰ ਤੇ ਨਹੀਂ ਚਲੇ ਗਏ। ਹਾਂਜੀ, ਫਿਰਤ ਫਿਰਤ ਸਰਕਾਰੀ ਲੋਕ। ਤੇ ਫਿਰਦਿਆਂ ਫਿਰਦਿਆਂ ਸੰਗਤ ਜੀ ਸਰਕਾਰੀ ਲੋਕ ਵੀ ਉੱਥੇ ਤੁਰੇ ਫਿਰਦੇ ਆ। ਬੂਝਨ ਕੀਨੇ ਸੋ ਅਵਲੋਕ। ਸਿੱਖਾਂ ਨੇ ਸਰਕਾਰੀ ਬੰਦਿਆਂ ਨੂੰ ਵੇਖ ਕੇ ਪੁੱਛਿਆ ਵੀ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਸਤਿਗੁਰੂ ਜੀ, ਸਾਡੇ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਜੀ ਨੂੰ ਕਿੱਧਰ ਲੈ ਗਏ ਹੋ। ਤਿੰਨ ਤੇ ਸੁਧ ਗਨ ਸਿੱਖਣ ਪਾਏ। ਉਹਨਾਂ ਤੋਂ ਫਿਰ ਥੋੜੀ ਬਹੁਤੀ ਖਬਰ ਸੰਗਤਾਂ ਨੂੰ ਪਤਾ ਲੱਗੀ ਜੀ। ਕੀ ਖਬਰ ਪਤਾ ਲੱਗੀ। ਹਾਂਜੀ, ਚੰਦੂ ਕੇ ਨਰ ਸੰਗ ਸਿਧਾਏ। ਕਿ ਮਹਾਰਾਜ ਚੰਦੂ ਦੇ ਨਾਲ ਗਏ ਸਨ। ਅਖੀਰਲੇ ਸਮੇਂ ਗੁਰੂ ਜੀ ਨੂੰ ਚੰਦੂ ਦੇ ਨਾਲ ਦੇਖਿਆ ਗਿਆ ਹੈ। ਤਿਨ ਕੇ ਸਦਨ ਪ੍ਰਵੇਸ਼ਤ ਹੀਰੇ। ਇੱਕ ਨੇ ਤੇ ਕਿਹਾ ਵੀ ਮੈਂ ਰਾਤ ਦੇ ਸਮੇਂ ਗੁਰੂ ਜੀ ਨੂੰ ਚੰਦੂ ਦੇ ਘਰ ਜਾਂਦਿਆਂ ਵੀ ਵੇਖਿਆ ਹੈ। ਹਾਂਜੀ, ਤਿਮਰ ਭਏ ਪਹੁੰਚੇ ਤਿਸ ਬੇਰੇ। ਰਾਤ ਦਾ ਹਨੇਰਾ ਸੀਗਾ, ਮੈਂ ਵੇਖਿਆ। ਹਾਂਜੀ, ਪ੍ਰੇਮੀ ਸਿੱਖ ਤਹਾਂ ਕੋ ਗਏ। ਹਾਂਜੀ, ਦੀਏ ਕੀ ਵਾਰ ਬਿਲੋਕਤ ਭਏ। ਪ੍ਰੇਮੀ ਸਿੱਖ ਚੰਦੂ ਦੀ ਹਵੇਲੀ ਵਾਲੇ ਪਾਸੇ ਚਲੇ ਗਏ। ਹਵੇਲੀ ਦਾ ਵੱਡਾ ਦਰਵਾਜ਼ਾ ਬੰਦ ਹੈ। ਹਾਂਜੀ, ਅੰਤਰ ਸਿੱਖ ਪਠਤ ਇੱਕ ਬਾਣੀ। ਉਹ ਦਰਵਾਜ਼ੇ ਨਾਲ ਕੰਨ ਲਾ ਕੇ ਗੱਲ ਸੁਣਦੇ ਆ ਤੇ ਅੰਦਰ ਇੱਕ ਸਿੱਖ ਬੈਠਾ ਨਾ ਬਾਣੀ ਪੜ੍ਹ ਰਿਹਾ ਸੀਗਾ, ਕਿਉਂ 5 ਸਿੱਖ ਬਾਹਰ ਹੀ ਬਿਠਾਏ ਸੀ ਨਾ। ਹਾਂਜੀ, ਗੁਰ ਇਹ ਠਾਂ ਹੈ ਤਬ ਸੁਧ ਜਾਨੀ। ਲਾਹੌਰ ਦੇ ਸਿੱਖਾਂ ਨੇ ਸੋਚ ਲਿਆ ਵੀ ਅੰਦਰ ਬਾਣੀ ਦੀ ਆਵਾਜ਼ ਆ ਰਹੀ ਹੈ, ਜ਼ਰੂਰ ਗੁਰੂ ਅਰਜਨ ਦੇਵ ਮਹਾਰਾਜ ਅੰਦਰ ਹੀ ਹਨ। ਹਾਂਜੀ, ਝਿਰਕਨ ਕਰੇ ਸਿਪਾਹੀ ਤੌਨ। ਉਹ ਅਜੇ ਬਾਹਰ ਖਲੋਤੇ ਸੀਗੇ, ਸਿਪਾਹੀ ਝਿੜਕਾਂ ਮਾਰਨ ਲੱਗ ਪਏ। ਕਿਆ ਤੂੰ ਬਕੈ ਬੈਠ ਧਰ ਮੌਨ। ਅੰਦਰੋਂ ਬੈਠੇ ਸਿੱਖਾਂ ਨੂੰ ਸਿਪਾਹੀ ਦਬਕੇ ਮਾਰਦੇ ਵੀ ਤੁਸੀਂ ਕੀ ਬਕ ਰਹੇ ਹੋ, ਚੁੱਪ ਹੋ ਜਾਓ, ਚੁੱਪ ਹੋ ਕੇ ਬੈਠੋ। ਵਹਿਰ ਖਰੇ ਪਿਖ ਦੀਏ ਹਟਾਈ। ਤੇ ਬਾਹਰ ਖਲੋਤੇ ਸਿੱਖਾਂ ਨੂੰ ਵੀ ਕਿਹਾ ਵੀ ਚਲੋ ਇੱਥੋਂ ਚਲੇ ਜਾਓ, ਤੁਹਾਡਾ ਕੋਈ ਕੰਮ ਨਹੀਂ ਹੈਗਾ। ਖਰੇ ਨਾ ਹੋ ਜਾਹੋ ਨਿਜ ਥਾਈ। ਜਾਓ ਭਾਈ, ਇੱਥੇ ਨਹੀਂ ਖਲੋਣਾ, ਇੱਥੋਂ ਚਲੇ ਜਾਓ। ਸਿੱਖਾਂ ਨੂੰ ਭਰੋਸਾ ਜਾ ਹੋ ਗਿਆ ਵੀ ਜ਼ਰੂਰ ਗੁਰੂ ਅਰਜਨ ਦੇਵ ਜੀ ਅੰਦਰ ਹਨ। ਤੇ 2 ਦਿਨ ਹੋ ਗਏ ਮਹਾਰਾਜ ਨੂੰ ਜੀ, ਇੱਕ ਰਾਤ ਪਹਿਲੀ ਤੇ ਦੂਜਾ ਅਗਲਾ ਦਿਨ ਚੜ ਗਿਆ ਜੀ। ਮਹਾਰਾਜ ਨੇ ਕੁਝ ਨਹੀਂ ਖਾਧਾ, ਕੁਝ ਨਹੀਂ ਪੀਤਾ, ਸੌਂ ਕੇ ਨਹੀਂ ਦੇਖਿਆ। ਡਰੈਂ ਦੁਸ਼ਟ ਤੇ ਟਰ ਕਰ ਗਏ। ਪਰ ਸਿੱਖ ਚੰਦੂ ਦੁਸ਼ਟ ਤੋਂ ਡਰਦੇ ਆ ਜੀ, ਚਲੇ ਗਏ ਉੱਥੋਂ ਜੀ। ਸੁਧ ਆਪਸ ਮੈਂ ਕਰਤੇ ਭਏ। ਪਰ ਆਪਸ ਵਿੱਚ ਸਲਾਹ ਮਸ਼ਵਰਾ ਸਿੱਖ ਗੱਲਾਂ ਕਰਦੇ ਆ। ਬਹੁਤ ਬਸੂਰਤ ਚੱਲੈ ਨਾ ਚਾਰਾ। ਪਤਾ ਤੇ ਲੱਗ ਗਿਆ ਵੀ ਸਤਿਗੁਰੂ ਅੰਦਰ ਨੇ, ਪਰ ਝੂਰਦੇ ਆ, ਕਰ ਨਹੀਂ ਕੁਝ ਸਕਦੇ ਜੀ, ਵਸ ਨਹੀਂ ਚੱਲਦਾ।
ਭੈ ਤੇ ਕਰਹਿ ਨਾ ਊਚ ਉਚਾਰਾ। ਤੇ ਡਰ ਦਾ ਮਾਰਾ ਕੋਈ ਉੱਚੀ ਬੋਲਦਾ ਵੀ ਨਹੀਂ ਹੈਗਾ ਜੀ। ਡਰ ਬੜੀ ਚੀਜ਼ ਹੈ ਜੀ, ਉਹਨੇ ਡਰ ਪਾਇਆ ਸੀ ਆਪਣਾ ਜੀ। ਪੁਨ ਚੰਦੂ ਗਮਨਿਓ ਗੁਰ ਤੀਰ। ਅਗਲਾ ਦਿਨ ਚੜਿਆ, ਦੁਸ਼ਟ ਚੰਦੂ ਸਤਿਗੁਰਾਂ ਦੇ ਕੋਲ ਆਇਆ। ਨਿਠੁਰ ਸੁਨਾਏ ਕਰਿਓ ਚਹ ਪੀਰ। ਹਾਂਜੀ। ਅਬ ਵੀ ਮਾਨ ਸੁਤਾ ਕੋ ਨਾਤਾ, ਨਾਹੇ ਤਾਂ ਪ੍ਰਾਨ ਹੋਏਂਗੇ ਘਾਤਾ। ਤੇ ਦੁਸ਼ਟ ਇੱਕੋ ਹੀ ਗੱਲ ਕਰੀ ਜਾਂਦਾ ਹੈ, ਕਹਿੰਦਾ ਅਜੇ ਵੀ ਸਮਾਂ ਹੈ, ਰਿਸ਼ਤਾ ਮੰਨ ਲਓ ਨਹੀਂ ਤੇ ਤੁਹਾਡੀ ਮੌਤ ਹੋ ਜਾਏਗੀ। ਸੰਗਤ ਜੀ, ਇਹ ਰਿਸ਼ਤਾ ਮੰਨਣ ਵਾਲੀ ਵੀ ਗੱਲ ਮਹਾਰਾਜ ਨੇ ਸੰਗਤ ਦਾ ਹੀ ਸਤਿਕਾਰ ਰੱਖਿਆ, ਸਾਡਾ ਸਾਰੀ ਸੰਗਤ ਦਾ ਸਤਿਕਾਰ ਰੱਖਿਆ। ਜਦੋਂ ਸੰਗਤ ਨੇ ਲਿਖ ਕੇ ਦੇਤਾ ਮਹਾਰਾਜ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ, ਤੇ ਚੰਦੂ ਬੜਾ ਯਤਨ ਤੇ ਕਰ ਰਿਹਾ, ਪਰ ਮਹਾਰਾਜ ਰਿਸ਼ਤਾ ਨਹੀਂ ਲੈ ਰਹੇ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਮਤਲਬ ਇਹ ਹੈ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤ ਦਾ ਕਿੰਨਾ ਸਤਿਕਾਰ ਕਰਦੇ ਆ। ਜਦੋਂ ਇਹਨੇ ਲਾਗੀ ਭੇਜੇ ਸੀ ਤੇ ਮਹਾਰਾਜ ਨੇ ਕਿਹਾ ਸੀ ਲਾਗੀਆਂ ਨੂੰ, ਮਹਾਰਾਜ ਕਹਿੰਦੇ ਸੁਣ ਲਓ ਸਾਡੀ ਗੱਲ, ਮਾਇਆ ਛੱਡ ਦਿਆਂਗੇ, ਪੁੱਤ ਵੀ ਛੱਡ ਦਿਆਂਗੇ, ਆਪਣੀ ਘਰ ਵਾਲੀ ਨੂੰ ਵੀ ਛੱਡ ਦਿਆਂਗੇ, ਇੱਥੋਂ ਤੱਕ ਸਰੀਰ ਵੀ ਛੱਡ ਦਿਆਂਗੇ, ਪਰ ਸੰਗਤ ਦਾ ਬਚਨ ਨਹੀਂ ਛੱਡਾਂਗੇ। ਕਹਿਣ ਲੱਗੇ ਕਿੰਨਾ ਉੱਚਾ ਦਰਜਾ ਗੁਰੂ ਦੀ ਸੰਗਤ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਿੱਤਾ ਜੀ। ਸਰੀਰ ਵੀ ਛੱਡ ਦਿਆਂਗੇ ਪਰ ਸੰਗਤ ਦਾ ਬਚਨ ਨਹੀਂ ਛੱਡਾਂਗੇ ਜੀ। ਹਾਂਜੀ। ਜੀਵਤ ਨਹਿ ਤਿਆਗੋਂ ਅਬ ਤੋਹੀ, ਬਹੁ ਦਿਨ ਕੀ ਚਿੰਤਾ ਲਗ ਮੋਹੀ। ਕਹਿੰਦਾ ਤੁਸੀਂ ਸੁਣਦੇ ਹੀ ਨਹੀਂ, ਚ ਮੈਨੂੰ ਕਈ ਦਿਨਾਂ ਦੀ ਚਿੰਤਾ ਲੱਗੀ ਹੈ। ਦਿਓ ਕਸ਼ਟ ਪਤ ਸਭ ਮੈਂ ਖੋਈ, ਅਬ ਲੋ ਤਰਾਸ ਪਇਓ ਨਹਿ ਕੋਈ। ਸੋਏ ਫਿਰ ਬੜੇ ਬੜੇ ਸੰਗਤ ਜੀ ਭੈੜੇ ਭੈੜੇ ਜੇ ਬੋਲੀ ਜਾਂਦਾ ਹੈ। ਅਗਲਾ ਦਿਨ ਚੜ੍ਹਦਾ, ਦੁਸ਼ਟ ਪਾਪੀ ਸਤਿਗੁਰੂ ਜੀ ਦੇ ਕੋਲ ਆਇਆ। ਇਹਨੇ ਫਿਰ ਦੁਸ਼ਟ ਦੇ ਕੋਲੋਂ ਚੰਗੀ ਗੱਲ ਦੀ ਆਸ ਤੇ ਰੱਖੀ ਨਹੀਂ ਜਾ ਸਕਦੀ ਜੀ। ਇਹਨੇ ਕੋਈ ਪੁੱਠਾ ਹੀ ਕੰਮ ਕਰਨਾ ਹੈ। ਕੀ ਦੁਸ਼ਟ ਕਰਦਾ ਹੈ ਉਹ ਆਪਾਂ ਕੱਲ੍ਹ ਦੀ ਕਥਾ ਵਿੱਚ ਸੰਗਤ ਜੀ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ, ਨਾ ਭੁੱਖ ਦਾ ਅਸਰ ਹੈ, ਨਾ ਪਿਆਸ ਦਾ ਅਸਰ ਹੈ, ਤੇ ਨਾ ਨੀਂਦ ਦਾ ਅਸਰ ਹੈ। ਕਿਉਂ? ਅੰਦਰ ਨਾਮ ਵਸਿਆ ਹੋਇਆ ਜੀ। ਤਿੱਥੈ ਊਂਘ ਨਾ ਭੁੱਖ ਹੈ, ਜਿੱਥੈ ਆਤਮ ਰਾਮ ਪ੍ਰਗਾਸ। ਪ੍ਰਗਾਸ ਦਾ ਅਰਥ ਕੀ ਹੈ? ਵਸਣਾ ਜੀ। ਮਿਲ ਸੰਗਤ ਰਹਿਰਾ ਸਾਹਿਬ ਚ ਪੜ੍ਹਦੇ ਨੇ, ਪ੍ਰਗਾਸ ਵਸਣਾ ਜੀ, ਅੰਦਰ ਵਾਸਾ ਹੋਣਾ ਜੀ। ਬੜੀ ਥਾਵਾਂ ਤੇ ਪ੍ਰਗਾਸ ਸ਼ਬਦ ਆਉਂਦਾ, ਰਹਿਰਾ ਸਾਹਿਬ ਦੇ ਵਿੱਚ ਆਉਂਦਾ ਜੀ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਜੀ ਦੀ ਅੰਮ੍ਰਿਤ ਰੂਪ ਕਥਾ ਅੱਗੋਂ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ 2 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਦਾਸ ਖਿਮਾ ਮੰਗੇਗਾ। ਸਾਰੀ ਸੰਗਤ ਲੱਕ ਸਿੱਧੇ ਕਰੋ, ਪ੍ਰੇਮ ਨਾਲ ਗੱਜ ਕੇ ਸਾਵਧਾਨ ਹੋ ਕੇ ਉਚਾਰਨ ਕਰੋ ਜੀ। ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਗੱਜ ਕੇ ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ ਜਪ ਵਾਹਿਗੁਰੂ। ਗੱਜ ਕੇ ਜਪ ਵਾਹਿਗੁਰੂ ਜਪ ਵਾਹਿਗੁਰੂ
ਜਪ ਵਾਹਿਗੁਰੂ ਜਪ ਵਾਹਿਗੁਰੂ 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 ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਜਪ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਕਿਰਪਾ ਕਰਨ। ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਗਰੀਬ ਨਵਾਜ ਉਬਲਦੇ ਪਾਣੀ ਵਿੱਚ ਬੈਠਣ ਦਾ ਪ੍ਰਸੰਗ ਹੈ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।